ਪੰਜਾਬੀ ਆਡੀਓ ਬੁੱਕ YouTube ਚੈਨਲ ਸੁਣ ਰਹੇ ਸਾਰੇ ਸਰੋਤਿਆਂ ਨੂੰ ਫਤਿਹ ਅਰਜ਼ ਕਰਦੀ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਤਾਬ 20ਵੀਂ ਸਦੀ ਦੀ ਸਿੱਖ ਰਾਜਨੀਤੀ ਭਾਗ 18ਵਾਂ ਪੰਨਾ ਨੰਬਰ 333। ਮਹਾਸ਼ਾ ਪ੍ਰੈਸ ਸਿਆਪੇ ਦੀ ਨੈਣ। ਪੰਜਾਬ ਅੰਦਰ ਫਿਰਕੂ ਤਣਾਅ ਦਾ ਇਹ ਮਾਹੌਲ ਪੈਦਾ ਕਰਨ ਵਿੱਚ ਜਲੰਧਰ ਦੀ ਮਹਾਸ਼ਾ ਪ੍ਰੈਸ ਦਾ ਵੱਡਾ ਭਾਰੀ ਯੋਗਦਾਨ ਸੀ ਅਤੇ ਇਹ ਮਾਹੌਲ ਮੋੜਵੇਂ ਰੂਪ ਵਿੱਚ ਮਹਾਸ਼ਾ ਪ੍ਰੈਸ ਨੂੰ ਹੋਰ ਵਧੇਰੇ ਫਿਰਕੂ ਪਾਣ ਚਾੜ ਰਿਹਾ ਸੀ। ਫਿਰਕੂ ਵਿਚਾਰਧਾਰਾ ਨੂੰ ਹਿੰਦੂ ਵਰਗ ਅੰਦਰੋਂ ਮਿਲ ਰਹੇ ਕਬੂਲਵੇਂ ਹੁੰਗਾਰੇ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਕੇਸਰੀ ਦੀ ਇਸ਼ਾਅਤ 1977 ਵਿੱਚ 81,000 ਤੋਂ ਵੱਧ ਕੇ 1981 ਵਿੱਚ 2,42,000 ਤੇ ਅੱਪੜ ਗਈ ਸੀ। 4 ਸਾਲਾਂ ਦੌਰਾਨ ਹੋਏ ਇਸ 3 ਗੁਣੇ ਵਾਧੇ ਚੋਂ ਹਿੰਦੂ ਰੌਂ ਦੀ ਸਾਫ਼ ਝਲਕ ਮਿਲ ਜਾਂਦੀ ਹੈ। ਸੰਤ ਜਰਨੈਲ ਸਿੰਘ ਦੇ ਹਿੰਦੂ ਫਿਰਕਾ ਪ੍ਰਸਤੀ ਨੂੰ ਕਰਾਰੀ ਚੁਣੌਤੀ ਦੇਣ ਦੇ ਦਲੇਰੀ ਭਰੇ ਪੈਂਤੜੇ ਤੋਂ ਵੱਟ ਖਾ ਕੇ ਲਾਲਾ ਜਗਤ ਨਾਰਾਇਣ ਤੇ ਵਿਰੇਂਦਰ ਦੀਆਂ ਕਲਮਾਂ ਨੇ ਸਿੱਖਾਂ ਦੇ ਵਿਰੁੱਧ ਹੋਰ ਵੀ ਵੱਧ ਫਿਰਕੂ ਜ਼ਹਿਰ ਉਗਲੱਛਣੀ ਸ਼ੁਰੂ ਕਰ ਦਿੱਤੀ। ਵਿਰੇਂਦਰ ਆਪਣੇ ਇੱਕ ਸੰਪਾਦਕੀ ਲੇਖ ਅੰਦਰ ਸਿੱਖਾਂ ਨੂੰ ਇਹ ਧਮਕੀ ਦੇਣ ਤੱਕ ਚਲਾ ਗਿਆ ਕਿ ਜੇਕਰ ਸਿੱਖਾਂ ਨੇ ਆਪਣੀਆਂ ਫਿਰਕੂ ਸਰਗਰਮੀਆਂ ਇਸੇ ਤਰ੍ਹਾਂ ਜਾਰੀ ਰੱਖੀਆਂ ਤਾਂ ਹਿੰਦੂ ਪੰਜਾਬ ਨੂੰ ਅਸਾਮ ਬਣਾ ਦੇਣਗੇ। ਅਸਾਮ ਅੰਦਰ ਉਨੀ ਦਿਨੀ ਵਿਦੇਸ਼ੀ ਤੱਤਾਂ ਬੰਗਲਾਦੇਸ਼ੀ ਮੁਸਲਮਾਨਾਂ ਨੂੰ ਬਾਹਰ ਕੱਢਣ ਲਈ ਚੱਲ ਰਹੇ ਅੰਦੋਲਨ ਦੀ ਰੌਸ਼ਨੀ 'ਚ ਵਿਰੇਂਦਰ ਦੀ ਇਸ ਧਮਕੀ ਦੇ ਪਿੱਛੇ ਕੰਮ ਕਰਦੀ ਫਿਰਕੂ ਧਾਰਨਾ ਦੇ ਬਹੁਤ ਹੀ ਗੰਭੀਰ ਅਰਥ ਨਿਕਲਦੇ ਸਨ। ਦੇਸ਼ ਦੇ ਕਿਸੇ ਵੀ ਰਾਜਸੀ ਦਲ ਜਾਂ ਆਗੂ ਨੇ ਵਿਰੇਂਦਰ ਨੂੰ ਅਜਿਹਾ ਫਿਰਕੂ ਝੱਲ ਖਿਲਾਰਨ ਤੋਂ ਮਨਾ ਕਰਨ ਦੀ ਲੋੜ ਮਹਿਸੂਸ ਨਾ ਕੀਤੀ, ਜਦ ਕਿ ਇਸੇ ਹੀ ਸਮੇਂ ਦੇਸ਼ ਦਾ ਅਜਿਹਾ ਸ਼ਾਇਦ ਹੀ ਕੋਈ ਰਾਜਸੀ ਦਲ ਜਾਂ ਆਗੂ ਹੋਵੇਗਾ ਜੋ ਸੰਤ ਜਰਨੈਲ ਸਿੰਘ ਉੱਤੇ ਫਿਰਕਾ ਪ੍ਰਸਤੀ ਫੈਲਾਉਣ ਦੇ ਦੋਸ਼ਾਂ ਦੀ ਬੁਛਾੜ ਨਾ ਕਰ ਰਿਹਾ ਹੋਵੇ। ਇਸੇ ਹੀ ਮੌਕੇ ਲਾਲਾ ਜਗਤ ਨਾਰਾਇਣ ਨੇ ਵਿਰੇਂਦਰ ਨਾਲੋਂ ਵੀ ਇੱਕ ਕਦਮ ਅੱਗੇ ਵਧਦਿਆਂ ਹੋਇਆਂ ਗਰਮ ਖਿਆਲੀ ਸਿੱਖ ਆਗੂਆਂ ਦੇ ਨਾਲ ਹੀ ਨਰਮ ਖਿਆਲੀ ਅਕਾਲੀ ਆਗੂਆਂ ਉੱਤੇ ਵੀ ਬਰਾਬਰ ਆਪਣੀ ਫਿਰਕੂ ਦੰਦੀ ਧਰ ਰੱਖੀ ਹੋਈ ਸੀ। ਉਹ ਇਹ ਗੱਲ ਕਹਿਣ ਤੋਂ ਰੱਤੀ ਭਰ ਵੀ ਸੰਕੋਚ ਨਹੀਂ ਸੀ ਕਰ ਰਿਹਾ ਕਿ ਨਰਮ ਖਿਆਲੀ ਹੋਵੇ ਜਾਂ ਗਰਮ ਖਿਆਲੀ, ਹਰ ਸਿੱਖ ਦੀ ਦੇਸ਼ ਪ੍ਰਤੀ ਵਫਾਦਾਰੀ ਉੱਤੇ ਸ਼ੱਕ ਖੜਾ ਹੋਣ ਲੱਗਾ ਹੈ। ਉਹ ਨਰਮ ਖਿਆਲੀ ਸਿੱਖ ਆਗੂਆਂ ਨੂੰ ਸਗੋਂ ਵਧੇਰੇ ਖਤਰਨਾਕ ਸਮਝ ਰਿਹਾ ਸੀ, ਕਿਉਂ ਜੋ ਉਸ ਮੁਤਾਬਕ ਜਿੱਥੇ ਗਰਮ ਖਿਆਲੀਏ ਆਪਣੀ ਸੋਚ ਤੇ ਭਾਵਨਾ ਦਾ ਖੁੱਲ੍ਹਾ ਪ੍ਰਗਟਾਵਾ ਕਰ ਰਹੇ ਸਨ, ਉੱਥੇ ਨਰਮ ਖਿਆਲੀਏ ਆਪਣੀ ਅਸਲੀ ਭਾਵਨਾ ਨੂੰ ਛੁਪਾਉਣ ਦਾ ਦੂਹਰਾ ਕੁਕਰਮ ਕਰ ਰਹੇ ਸਨ। 1981 ਦੀਆਂ ਗਰਮੀਆਂ ਵਿੱਚ ਜਦ ਜਥੇਦਾਰ ਗੁਰਚਰਨ ਸਿੰਘ ਟੌੜਾ ਤੇ ਅਕਾਲ ਤਖਤ ਦੇ ਤਤਕਾਲੀ ਜਥੇਦਾਰ ਗੁਰਦਿਆਲ ਸਿੰਘ ਅਜਨੋਹਾ ਆਪਣੀ ਸਾਂਝੀ ਵਿਦੇਸ਼ ਫੇਰੀ ਤੇ ਗਏ ਹੋਏ ਸਨ ਤਾਂ ਲਾਲਾ ਜਗਤ ਨਾਰਾਇਣ ਨੇ ਸਿੱਖ ਆਗੂਆਂ ਦੀ ਇਸ ਵਿਦੇਸ਼ੀ ਫੇਰੀ ਤੇ ਇਸ ਦੌਰਾਨ ਉਹਨਾਂ ਵੱਲੋਂ ਪ੍ਰਗਟਾਏ ਗਏ ਵਿਚਾਰਾਂ ਨੂੰ ਆਧਾਰ ਬਣਾ ਕੇ ਇੱਕ ਲੰਮੀ ਸੰਪਾਦਕੀ ਲੜੀ ਲਿਖ ਮਾਰੀ, ਜਿਸ ਵਿੱਚ ਸਿੱਖ ਕੌਮ ਦੀਆਂ ਇਹਨਾਂ ਆਗੂ ਧਾਰਮਿਕ ਹਸਤੀਆਂ ਨੂੰ ਦੇਸ਼ ਨਾਲ ਗੱਦਾਰੀ ਕਰਨ ਦੇ ਦੋਸ਼ਾਂ ਨਾਲ ਨਵਾਜਿਆ ਗਿਆ। ਸੰਤ ਜਰਨੈਲ ਸਿੰਘ ਦੇ ਨਜ਼ਦੀਕੀ ਸੂਤਰਾਂ ਮੁਤਾਬਕ ਜਦ ਉਹਨਾਂ ਜਗ ਬਾਣੀ ਵਿੱਚ ਇਹ ਜ਼ਹਿਰ ਉਗਲਦੇ ਸ਼ਬਦ ਪੜ੍ਹੇ ਤਾਂ ਉਹਨਾਂ ਨੂੰ ਇਉਂ ਲੱਗਿਆ ਜਿਵੇਂ ਇੱਕ ਬਹਿਕੇ ਹੋਏ ਲਾਲੇ ਨੇ ਸਮੁੱਚੀ ਸਿੱਖ ਕੌਮ ਨੂੰ ਗੰਦੀ ਗਾਲ ਕੱਢ ਮਾਰੀ ਹੋਵੇ। ਇਹ ਉਹੀ ਜਗਤ ਨਾਰਾਇਣ ਸੀ ਜਿਹੜਾ ਅੰਮ੍ਰਿਤਸਰ ਦੇ ਖੂਨੀ ਕਾਂਡ ਮੌਕੇ ਨਿਰੰਕਾਰੀ ਸਮਾਗਮ ਅੰਦਰ ਵਿਸ਼ੇਸ਼ ਪ੍ਰਾਹੁਣਾ ਬਣ ਕੇ ਪਹੁੰਚਿਆ ਹੋਇਆ ਸੀ ਅਤੇ ਫਿਰ ਬਾਅਦ ਵਿੱਚ ਅਦਾਲਤ ਮੂਹਰੇ ਦੋਸ਼ੀਆਂ ਦੇ ਪੱਖ ਵਿੱਚ ਸਫਾਈ ਦਾ ਗਵਾਹ ਬਣ ਕੇ ਭੁਗਤਿਆ ਸੀ। ਜਗਬਾਣੀ ਦੇ ਇਸ ਫਿਰਕੂ ਅੰਗਿਆਰ ਛੱਡਦੇ ਸੰਪਾਦਕੀ ਤੋਂ ਥੋੜਾ ਚਿਰ ਬਾਅਦ ਹੀ 9 ਸਤੰਬਰ 1981 ਦੀ ਸ਼ਾਮ ਨੂੰ ਮੋਟਰਸਾਈਕਲ ਤੇ ਸਵਾਰ 3 ਸਿੰਘਾਂ ਨੇ ਆਪਣੀ ਕਾਰ 'ਚ ਸਫ਼ਰ ਕਰ ਰਹੇ ਲਾਲਾ ਜਗਤ ਨਾਰਾਇਣ ਨੂੰ ਲੁਧਿਆਣਾ ਦੇ ਜਲੰਧਰ ਬਾਈਪਾਸ ਤੋਂ ਥੋੜਾ ਅੱਗੇ ਜਾ ਕੇ ਗੋਲੀਆਂ ਮਾਰ ਕੇ ਢੇਰੀ ਕਰ ਦਿੱਤਾ। ਲਾਲੇ ਦਾ ਇਹ ਕਤਲ ਹਿੰਦੂ ਫਿਰਕਾ ਪ੍ਰਸਤ ਤਾਕਤਾਂ ਉੱਤੇ ਇੱਕ ਬਹੁਤ ਵੱਡੀ ਨਾ ਸਿਰਫ ਜਿਸਮਾਨੀ ਸਗੋਂ ਮਨੋਵਿਗਿਆਨਕ ਤੇ ਰਾਜਸੀ ਚੋਟ ਸੀ। ਇਸ ਕਰਕੇ ਇਹਨਾਂ ਤਾਕਤਾਂ ਦਾ ਇਸ ਉੱਤੇ ਕਰੋਧ ਭਰਿਆ ਪ੍ਰਤੀਕਰਮ ਆਸ ਦੇ ਉਲਟ ਨਹੀਂ ਸੀ। ਲਾਲਾ ਜਗਤ ਨਾਰਾਇਣ ਦੇ ਜਨਾਜ਼ੇ ਦੌਰਾਨ ਹਿੰਦੂ ਹਜੂਮਾਂ ਨੇ ਜੀ ਭਰ ਕੇ ਫਿਰਕੂ ਹੁੱਲੜਬਾਜ਼ੀ ਕੀਤੀ। ਉਹਨਾਂ ਸਿੱਖਾਂ ਖਿਲਾਫ ਨੀਵੇਂ ਪੱਧਰ ਦੀ ਵੇਹੁਲੀ ਨਾਅਰੇਬਾਜ਼ੀ ਕੀਤੀ। ਰਾਹ ਗੁਜਰ ਸਿੱਖਾਂ ਉੱਤੇ ਹਮਲੇ ਕੀਤੇ ਅਤੇ ਰਾਹ 'ਚ ਪੈਂਦੇ 2 ਸਿੱਖ ਪੱਖੀ ਅਖਬਾਰਾਂ ਦੇ ਦਫ਼ਤਰਾਂ ਦੀ ਭੰਨ ਤੋੜ ਕੀਤੀ। ਦਰਬਾਰਾ ਸਿੰਘ ਦੀ ਸਰਕਾਰ ਦਾ ਪ੍ਰਤੀਕਰਮ ਵੀ ਕੋਈ ਘੱਟ ਗੁਸੈਲਾ ਜਾਂ ਘੱਟ ਫਿਰਕੂ ਨਹੀਂ ਸੀ। ਅਸਲ ਵਿੱਚ ਦਰਬਾਰਾ ਸਿੰਘ ਲਈ ਆਪਣੇ ਆਪ ਨੂੰ ਅਸਲੀ ਤੇ ਵੱਡਾ ਨੈਸ਼ਨਲਿਸਟ ਸਿੱਖ ਸਾਬਤ ਕਰਨ ਦਾ ਇਸ ਨਾਲੋਂ ਸੁਨਹਿਰੀ ਮੌਕਾ ਹੋਰ ਕੋਈ ਨਹੀਂ ਸੀ ਜੋੜ ਸਕਦਾ। ਉਸ ਨੂੰ ਲਾਲੇ ਦਾ ਸਰਕਾਰੀ ਸਨਮਾਨਾਂ ਨਾਲ ਦਾਹ ਸੰਸਕਾਰ ਕਰਕੇ ਹੀ ਰੱਜ ਨਾ ਆਇਆ।
ਹਿੰਦੂ ਭਾਵਨਾਵਾਂ ਦੀ ਤਰਜਮਾਨੀ ਕਰਦਿਆਂ ਹੋਇਆਂ ਉਸਨੇ ਲਾਲੇ ਦੇ ਕਤਲ ਦੀ ਆੜ ਲੈ ਕੇ ਸੰਤ ਜਰਨੈਲ ਸਿੰਘ ਉੱਤੇ ਝਪਟ ਮਾਰਨ ਦੀ ਮਾਰਕੇਬਾਜ਼ੀ ਕਰ ਦਿਖਾਉਣੀ ਚਾਹੀ। ਇਹ ਸੂਹ ਮਿਲਣ ਤੇ ਕਿ ਸੰਤ ਆਪਣੇ ਜਥੇ ਸਮੇਤ ਸਰਸਾ ਜ਼ਿਲ੍ਹੇ ਹਰਿਆਣਾ ਦੇ ਪਿੰਡ ਚੰਦੋ ਕਲਾਂ ਵਿਖੇ ਧਰਮ ਪ੍ਰਚਾਰ ਕਰ ਰਹੇ ਹਨ। ਲੁਧਿਆਣਾ ਦੇ ਪੁਲਿਸ ਕਪਤਾਨ DR ਭੱਟੀ ਨੇ ਇੱਕ ਵੱਡਾ ਲਸ਼ਕਰ ਲੈ ਕੇ 14 ਸਤੰਬਰ ਨੂੰ ਪਿੰਡ ਚੰਦੋ ਕਲਾਂ ਉੱਤੇ ਜਾ ਚੜ੍ਹਾਈ ਕੀਤੀ, ਪਰ ਪੁਲਿਸ ਦੇ ਚੰਦੋ ਕਲਾਂ ਪਹੁੰਚਣ ਤੋਂ ਪਹਿਲਾਂ ਹੀ ਸੰਤ ਜਰਨੈਲ ਸਿੰਘ ਮਹਿਤਾ ਚੌਂਕ ਲਈ ਰਵਾਨਾ ਹੋ ਚੁੱਕੇ ਸਨ। ਇਸ ਗੱਲ ਉੱਤੇ ਬੁਖਲਾਹਟ 'ਚ ਆਏ ਪੁਲਿਸ ਦਲ ਨੂੰ ਅਜਿਹਾ ਕ੍ਰੋਧ ਚੜ੍ਹਿਆ ਕਿ ਉਸਨੇ ਬਿਨਾਂ ਕਿਸੇ ਭੜਕਾਹਟ ਦੇ ਪਿੰਡਰਾਂਵਾਲੇ ਜਥੇ ਉੱਤੇ ਵੈਸ਼ੀ ਹੱਲਾ ਬੋਲ ਦਿੱਤਾ। ਉਹਨਾਂ ਨੇ ਜਥੇ ਦੇ ਸਿੰਘਾਂ ਤੇ ਪਿੰਡ ਦੇ ਲੋਕਾਂ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਤੇ ਹੀ ਸਬਰ ਨਹੀਂ ਕੀਤਾ। ਨਿਰੋਲ ਫਿਰਕੂ ਖਾਰ ਚੋਂ ਉਹਨਾਂ ਜਥੇ ਦੀਆਂ ਧਰਮ ਪ੍ਰਚਾਰ ਲਈ ਵਰਤੀਆਂ ਜਾਂਦੀਆਂ 2 ਗੱਡੀਆਂ ਨੂੰ ਅੱਗ ਲਾ ਕੇ ਲੂ ਦਿੱਤਾ, ਜਿਸ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਇੱਕ ਸਰੂਪ ਸਮੇਤ ਬਹੁਤ ਸਾਰੀਆਂ ਪਵਿੱਤਰ ਧਾਰਮਿਕ ਪੋਥੀਆਂ ਸੜ ਕੇ ਰਾਖ ਹੋ ਗਈਆਂ। ਪੁਲਿਸ ਦੇ ਇਸ ਅਧਰਮੀ ਕਾਰਨਾਮੇ ਨੇ ਨਾ ਸਿਰਫ ਸੰਤ ਜਰਨੈਲ ਸਿੰਘ ਦੇ ਸਗੋਂ ਹਰ ਸ਼ਰਧਾਵਾਨ ਸਿੱਖ ਦੇ ਹਿਰਦੇ ਨੂੰ ਵਲੂੰਦਰ ਕੇ ਰੱਖ ਦਿੱਤਾ। ਕਿਸੇ ਗੈਰ ਸਿੱਖ ਲਈ ਜਾਂ ਇੱਥੋਂ ਤੱਕ ਕਿ ਗੈਰ ਸ਼ਰਧਾਵਾਨ ਸਿੱਖ ਲਈ ਵੀ ਇਸ ਘਟਨਾ ਨਾਲ ਸੰਤ ਜਰਨੈਲ ਸਿੰਘ ਦੇ ਮਨ ਉੱਤੇ ਲੱਗੇ ਡੂੰਘੇ ਘਾਉ ਅਤੇ ਉਸ ਦੇ ਅੰਤਹਕਰਨ ਅੰਦਰ ਮਚੀ ਖਲਬਲੀ ਦਾ ਅੰਦਾਜ਼ਾ ਲਾ ਸਕਣਾ ਕਤਈ ਤੌਰ ਤੇ ਮੁਮਕਿਨ ਨਹੀਂ। ਕਿਸੇ ਹਿੰਦੂ ਲਈ ਤਾਂ ਉੱਕਾ ਹੀ ਨਹੀਂ, ਕਿਉਂਕਿ ਹੋਰਨਾਂ ਲਈ ਜੋ ਵੱਧ ਤੋਂ ਵੱਧ ਇੱਕ ਪਵਿੱਤਰ ਪੋਥੀ ਹੈ, ਸ਼ਰਧਾਵਾਨ ਸਿੱਖ ਲਈ ਉਹ ਉਸ ਦਾ ਗੁਰੂ, ਉਸ ਦਾ ਇਸ਼ਟ, ਉਸ ਦੀ ਆਤਮਾ ਤੇ ਉਸ ਦਾ ਸਭੋ ਕੁਝ ਹੈ। ਜਿਸ ਨੂੰ ਇਸ ਸੱਚ ਦੀ ਪਕੜ ਨਹੀਂ, ਉਸ ਨੂੰ ਸੰਤ ਭਿੰਡਰਾਂਵਾਲੇ ਦੀ ਤੇ ਭਿੰਡਰਾਂਵਾਲੇ ਵਰਤਾਰੇ ਦੀ ਕਤਈ ਸਮਝ ਨਹੀਂ ਪੈ ਸਕਦੀ। ਇਸ ਕਰਕੇ ਨਾ ਸਿਰਫ ਗੈਰ ਸਿੱਖ ਵਿਦਵਾਨਾਂ ਤੇ ਕਾਲਮ ਨਵੀਸਾਂ ਵੱਲੋਂ ਸਗੋਂ ਜ਼ਿਆਦਾਤਰ ਗੈਰ ਸ਼ਰਧਾਵਾਨ ਸਿੱਖ ਚਿੰਤਕਾਂ ਵੱਲੋਂ ਵੀ ਇਸ ਵਰਤਾਰੇ ਨੂੰ ਸਮਝਣ ਦੇ ਯਤਨ ਬਹੁਤ ਹੀ ਅਧੂਰੇ ਤੇ ਊਣੇ ਸਾਬਤ ਹੋਏ ਹਨ। ਇਸ ਵਰਤਾਰੇ ਦਾ ਹਕੀਕੀ ਲੇਖਾ ਲਾਉਣ ਲਈ ਸਾਧਾਰਨ ਕਰੋਧ ਤੇ ਰੂਹਾਨੀ ਗਜਬ ਸਪਿਰਿਚੁਅਲ ਫਿਊਰੀ ਵਿਚਲੇ ਅੰਤਰ ਦਾ ਬੋਧ ਜ਼ਰੂਰੀ ਹੈ। ਚੰਦੋ ਕਲਾਂ ਦੀ ਘਟਨਾ ਨੇ ਸਿੱਖਾਂ ਅਤੇ ਹਿੰਦੂਆਂ ਵਿਚਕਾਰ ਮਾਨਸਿਕ ਦਰਾੜ ਹੋਰ ਚੌੜੀ ਕਰ ਦਿੱਤੀ। ਸਿੱਖਾਂ ਨੂੰ ਦਰਬਾਰਾ ਸਿੰਘ ਦੀ ਸਰਕਾਰ ਆਪਣੀ ਕਦੇ ਵੀ ਨਹੀਂ ਸੀ ਜਾਪੀ। ਇਸ ਘਟਨਾ ਤੋਂ ਬਾਅਦ ਇਹ ਉਹਨਾਂ ਨੂੰ ਹੋਰ ਵੱਧ ਗੈਰ ਤੇ ਹੋਰ ਵੱਧ ਹਿੰਦੂ ਨਵਾਜ਼ ਜਾਪਣ ਲੱਗ ਪਈ। ਮਸਲਾ ਸੰਤ ਜਰਨੈਲ ਸਿੰਘ ਦੀ ਗ੍ਰਿਫਤਾਰੀ ਦਾ ਨਹੀਂ ਸੀ ਰਹਿ ਗਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਸਾੜ ਸੁੱਟਣ ਦੇ ਘਿਨਾਉਣੇ ਕਰਮ ਨੇ ਸਿੱਖ ਪੰਥ ਸਾਹਮਣੇ ਆਪਣੇ ਧਰਮ ਦੀ ਮਾਣ ਮਰਿਆਦਾ ਤੇ ਆਪਣੀ ਕੌਮੀ ਗੈਰਤ ਦੀ ਰਾਖੀ ਦਾ ਵਡੇਰਾ ਕਾਰਜ ਤੇ ਉਚੇਰਾ ਕਰਤੱਵ ਉਭਾਰ ਦਿੱਤਾ ਸੀ। ਇਹ ਗੱਲ ਨਾ ਵਾਪਰੀ ਹੁੰਦੀ ਤਾਂ ਸੰਤ ਜਰਨੈਲ ਸਿੰਘ ਦੀ ਗ੍ਰਿਫਤਾਰੀ ਦਾ ਤਕੜਾ ਬਹਾਨਾ ਸਰਕਾਰ ਦੇ ਹੱਥ ਵਿੱਚ ਸੀ ਅਤੇ ਕਾਨੂੰਨੀ ਕਾਰਵਾਈ ਦੇ ਅਮਲ ਨੂੰ ਅੱਗੇ ਵਧਾਉਣ ਵਿੱਚ ਉਸ ਨੂੰ ਸ਼ਾਇਦ ਇੰਨੇ ਤਕੜੇ ਜਨਤਕ ਵਿਰੋਧ ਦਾ ਸਾਹਮਣਾ ਨਾ ਕਰਨਾ ਪੈਂਦਾ। ਪਰ ਇਸ ਘਟਨਾ ਨੇ ਹਾਲਾਤ ਅੰਦਰ ਇੱਕ ਸਿਫਤੀ ਮੋੜ ਲੈ ਆਂਦਾ। ਸਿੱਖਾਂ ਨੂੰ ਹੁਣ ਇਸ ਮਾਮਲੇ ਦੇ ਕਾਨੂੰਨੀ ਪਹਿਲੂਆਂ ਤੇ ਵਿਸਥਾਰਾਂ ਨਾਲ ਕੋਈ ਸਰੋਕਾਰ ਨਹੀਂ ਸੀ ਰਹਿ ਗਿਆ। ਉਹਨਾਂ ਅੰਦਰ ਬਿਨਾਂ ਕਿਸੇ ਦੇ ਕਹੇ, ਬਿਨਾਂ ਕਿਸੇ ਦੇ ਪ੍ਰੇਰੇ ਸੰਤ ਜਰਨੈਲ ਸਿੰਘ ਲਈ ਇੱਕਦਮ ਸਨੇਹ ਤੇ ਹਮਦਰਦੀ ਦੀਆਂ ਵੇਗਮਈ ਭਾਵਨਾਵਾਂ ਜਾਗ ਉੱਠੀਆਂ। ਮੁਹਾਵਰੇ 'ਚ ਗੱਲ ਕਰਨੀ ਹੋਵੇ ਤਾਂ ਇਸ ਘਟਨਾ ਦੇ ਨਤੀਜੇ ਵਜੋਂ ਪੰਥ ਅੰਦਰ ਮਾਨੋ ਰਾਤੋਂ ਰਾਤ ਹੀ ਸੰਤ ਭਿੰਡਰਾਂਵਾਲੇ ਦੇ ਪੱਖ ਵਿੱਚ ਹਮਾਇਤ ਦੀ ਵਿਸ਼ਾਲ ਤੇ ਮਜ਼ਬੂਤ ਲਹਿਰ ਉੱਠ ਖੜੀ ਹੋਈ। ਹੁਣ ਫਿਰਕੂ ਹਾਕਮਾਂ ਲਈ ਪੰਥ ਦੇ ਜਰਨੈਲ ਨੂੰ ਪੰਥ ਦੀ ਬੁੱਕਲ ਚੋਂ ਖੋਹ ਸਕਣਾ ਇੰਨਾ ਸਹਿਲ ਨਹੀਂ ਸੀ ਰਿਹਾ। ਸੋ ਸਰਕਾਰੀ ਅਧਿਕਾਰੀਆਂ ਨੂੰ ਜਰਨੈਲ ਸਿੰਘ ਦੀ ਗ੍ਰਿਫਤਾਰੀ ਦਾ ਸਮਾਂ, ਸਥਾਨ ਤੇ ਢੰਗ ਤਰੀਕਾ ਸਿੱਖ ਸੰਗਤਾਂ ਦੀ ਸਲਾਹ ਤੇ ਸਹਿਮਤੀ ਨਾਲ ਤੈਅ ਕਰਨਾ ਪਿਆ। ਤੈਅ ਹੋਏ ਫੈਸਲੇ ਦੇ ਮੁਤਾਬਕ ਸੰਤ ਭਿੰਡਰਾਂਵਾਲਿਆਂ ਨੇ 20 ਸਤੰਬਰ ਨੂੰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਸਾਹਿਬ ਮਹਿਤਾ ਚੌਂਕ ਵਿਖੇ ਲਗਭਗ 1 ਲੱਖ ਸੰਗਤ ਦੀ ਹਾਜ਼ਰੀ ਵਿੱਚ ਸ਼ਾਂਤ ਚਿੱਤ ਤੇ ਸੰਜੀਦਾ ਲਹਿਜੇ ਵਿੱਚ ਸੰਖੇਪ ਭਾਸ਼ਣ ਦੇਣ ਤੋਂ ਬਾਅਦ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਪੇਸ਼ ਕਰ ਦਿੱਤਾ। ਸੰਤਾਂ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਦੀ ਕਿਸੇ ਭੜਕਾਊ ਹਰਕਤ ਕਰਕੇ ਜਾਂ ਮਾਹੌਲ ਵਿੱਚ ਉਤੇਜਨਾ ਦੀ ਵਜ੍ਹਾ ਕਰਕੇ ਹੀ ਮਜਲਿਸ ਦੀ ਸ਼ਾਂਤੀ ਤੇ ਜ਼ਾਬਤਾ ਭੰਗ ਹੋ ਗਿਆ। ਭਾਰੀ ਅਫਰਾ ਤਫਰੀ ਵਿੱਚ ਪੁਲਿਸ ਦੀ ਅਣਸੰਕੋਚਵੀਂ ਗੋਲੀਬਾਰੀ ਨਾਲ ਦਰਜਨ ਦੇ ਕਰੀਬ ਸਿੰਘਾਂ ਦੀਆਂ ਜਾਨਾਂ ਚਲੀਆਂ ਗਈਆਂ ਅਤੇ ਅਨੇਕਾਂ ਹੀ ਲੋਕ ਜ਼ਖਮੀ ਹੋ ਗਏ। ਸੰਤ ਜਰਨੈਲ ਸਿੰਘ ਦੀ ਗ੍ਰਿਫਤਾਰੀ ਮੌਕੇ ਸਿੱਖ ਸੰਗਤਾਂ ਦਾ ਆਪ ਮੁਹਾਰੇ ਐਡੀ ਵੱਡੀ ਗਿਣਤੀ ਵਿੱਚ ਮਹਿਤਾ ਚੌਂਕ ਵਿਖੇ ਇਕੱਤਰ ਹੋ ਜਾਣਾ ਅਤੇ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਦੀ ਹਿਰਾਸਤ ਦੇ ਟਿਕਾਣੇ ਨੂੰ ਗੁਪਤ ਰੱਖਣ ਦੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਕੇ ਸਿੱਖ ਸੰਗਤਾਂ ਵੱਲੋਂ ਵੱਡੀ ਗਿਣਤੀ ਵਿੱਚ ਹਿਰਾਸਤ ਵਾਲੀ ਹਰ ਬਦਲਵੀਂ ਜਗ੍ਹਾ ਅੱਗੇ ਨਿਰੰਤਰ ਧਰਨਿਆਂ ਉੱਤੇ ਆ ਬੈਠਣਾ
ਅਤੇ ਉੱਥੇ ਸੰਤਾਂ ਦੀ ਚੜ੍ਹਦੀ ਕਲਾ ਲਈ 24 ਘੰਟੇ ਪਾਠ ਤੇ ਕੀਰਤਨ ਦਾ ਪ੍ਰਵਾਹ ਚਲਾਈ ਰੱਖਣਾ ਸੰਤ ਭਿੰਡਰਾਂਵਾਲੇ ਦੀ ਸਿੱਖ ਜਗਤ ਅੰਦਰ ਪੈਦਾ ਹੋ ਚੁੱਕੀ ਹਰਮਨ ਪਿਆਰਤਾ ਦੀਆਂ ਮੂੰਹੋਂ ਬੋਲਦੀਆਂ ਨਿਸ਼ਾਨੀਆਂ ਸਨ। ਇਹ ਹਰਮਨ ਪਿਆਰਤਾ ਸਿਰਫ ਇੱਕੋ ਕਤਲ ਜਾਂ ਇੱਕੋ ਘਟਨਾ ਦਾ ਹੀ परिणाम नहीं सी। इस पिछे एक नहीं कई स्थूल ते सूखम कारण फैक्टर काम करते सन, जिन्हां दा कुछ जिक्र पिछे हो चुका है ते कुछ अगे चल के आवेगा। सरकार दीयां अलग-अलग खुफिया एजेंसियां ने संतां कोलों लगातार 21 दिन जी भर के पुछगिछ कीती अते जद कुछ भी हथ पल्ले ना पिया तां उन्हां नूं फिरोजपुर जेल अंदर अदालती हिरासत विच भेज दिता गया, जिथों ओह 15 दिनां बाद बाइज्जत रिहा हो के वापस अपने सदर मुकाम मਹਿਤਾ चौंक पहुँच गए। नवां वरतारा। इसे दौरान संत जरनैल सिंह की गिरफ्तारी के प्रतिक्रम विच कुछ अजिहियां घटनावां वापर गईयां जो रवायत नालों एकदम वखरियां सन अते जिन्हां चों सिख संघर्ष अंदर पुंगर रहे नवे रुझानां दी सूह मिलदी सी। संतां दी गिरफ्तारी के कुछ ही घंटियां बाद जलंधर दे एक भीड़ भरे बाजार अंदर मोटरसाइकिल ते सवार 2 सिख नौजवानों ने अन्नेवाह गोलियां चला के 4 हिंदुआं दी हत्या कर दित्ती ते कई होरनां नूं जख्मी कर दित्ता। अजोके इतिहास अंदर सिख संघर्ष अंदर प्रगट हुई यह अपनी किस्म की निवेकली प्रवृत्ति सी, जिसने बाद च जाके एक पूरे सूरे रुझान का स्वरूप अख्तियार कर लिया ते सिख संघर्ष के वहन नूं गहरी तरह प्रभावित करना शुरू कर दिता। इस तरह संतां की गिरफ्तारी तो कुछ दिन बाद 29 सितंबर दल खालसा नाल संबंधित 6 नौजवानों ने फलस्तीनी मुजाहिदीनां दे तजर्बे तो प्रेरित होकर भारत सरकार उत्ते संतां दी जल्द रिहाई लई दबाव पाउण दे उद्देश नाल इंडियन एयरलाइनस दा एक जहाज़ अगवा कर लिया। लाहौर हवाई अड्डे उत्ते उतरन तो बाद इन्हां अगवाकारी ਸਿੰਘਾਂ ਨੂੰ पाकिस्तानी अधिकारियों ने गिरफ्तार करके जेल अंदर डक दिता। यह भी सिख संघर्ष के इतिहास अंदर अपनी किस्म की पलेठी ते निवेकली कार्रवाई सी। सिख संघर्ष के इस दौर बारे लिखिया गई ज़्यादातर रचनावां अंदर इन्हां घटनावां नूं इस तरह पेश किया गया है जिवें यह कार्रवाइयां सिख संघर्ष के अंदरूनी गति अमल की पैदावार ना हो के सरकारी व्यक्तियां जां एजेंसियां द्वारा किसी खास मकसद लई अपने तनख्वाहदार करिंदियां जां भाड़े ते काम करने वाले जराइम पेशा तत्तां कोलों करवाईयां गईयां होण। सिर्फ इन्हां कार्रवाइयां की गल नहीं, खाड़कू सिख संघर्ष के समुचे अमल दौरान वापरियां सबना अहम घटनावां निरंकारी मुखी के कतल तो लैके लाला जगत नारायण, इंदिरा गांधी ते मुख मंत्री बेअंत सिंह के कतलों तक नूं इसे ही दृष्टिकोण तो देखण ते पेश करन दी पहुँच आम देखण नूं मिलदी है। भावें कि इस दृष्टिकोण दीयां गंभीर खामियां बारे पिछे चौखी चर्चा हो चुकी है, पर फिर भी इत्थे यह गल मुड़ दोहराई जाती है कि इतिहास अंदर वापरी अजिही किसी भी घटना बारे दुरुस्त अते हकीकी निर्णय ते अपणन लई कुल तो पहला यह सोच विचार कर लेनी जरूरी बनती है कि यह घटना वेले दीयां हालतां दे अंदरूनी गति नियमां दा तर्कयुक्त परिणाम हो सकती है या नहीं। जे इस दे पक्ष विच अंदरूनी तर्क की गवाही ना मिलती होवे तां विश्लेषण नूं बाहरी पक्षां उत्ते केंद्रित करना उचित भी हुंदा है ते जरूरी भी हो जाता है, पर अजिहे खुबवें विश्लेषण के झंझटां विच पैण दी थावें सिद्धा साजिश के सिद्धांत उत्ते पलाकी मार के सवार हो जाना अते हर घटना ते कार्रवाई नूं इसे दृष्टिकोण तो पेश करन दा बौद्धिक झस पूरा करना गैर जिम्मेवाराना फितरत ते होछी विदवता की निशानी है। यह देख के बहुत ही दुख ते अफसोस हुंदा है कि पंथक काज नाल प्रतिबद्ध सिख जुझारूआं नूं सरकारी व्यक्तियां जां एजेंसियां दे भाड़े दे टट्टू बना के पेश करन दा बौद्धिक कुकर्म कमाउण विच कुछ सिख विद्वान हिंदुआं नालों भी 2 कदम अगाह लंघ गए हन। इसे ही मौके उपरोक्त खाड़कू वारदातां नालों थोड़ी वखरी परंतु राजनीतिक दृष्टि तो बराबर की अहम गल यह वापर गई कि अकाली लीडरशिप अंदरला एक प्रभावशाली हिस्सा संत जरनैल सिंह नाल अपने डूंघे विचारधारक वखरेवियां दे बावजूद उन्हां नाल अपनी एकजुटता का खुला इजहार करन लग पिया। 20 सितंबर नूं संतां की गिरफ्तारी मौके जथेदार गुरचरण सिंह टौड़ा ते संत हरचंद सिंह लौंगोवाल उचेचे मਹਿਤਾ चौंक पहुंचे अते उन्हां भरे इकट्ठ सामने संत जरनैल सिंह नाल अपनी हमायत ते एकमुठता का खुला ऐलान किया। जद संतां नूं पुछगिछ लई लुधियाणे दे नज़दीक एक रैसट हाउस अंदर रखिया होया सी तां जथेदार टौड़ा ने उन्हां नाल उचेची मुलाकात करके अपनी नैतिक हमायत का प्रगटावा किया।
ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਸਮੂਹ ਸਿੱਖਾਂ ਨੂੰ ਇਹ ਅਪੀਲ ਕੀਤੀ ਕਿ ਉਹ ਹਰ ਰੋਜ਼ ਸਵੇਰੇ ਸੰਤ ਭਿੰਡਰਾਂਵਾਲਿਆਂ ਦੀ ਰਿਹਾਈ ਲਈ ਅਰਦਾਸ ਕਰਿਆ ਕਰਨ। ਜੇਕਰ ਪੰਥ ਦੇ ਸ਼੍ਰੋਮਣੀ ਆਗੂਆਂ ਦੇ ਇਸ ਵਤੀਰੇ ਦੀ ਪਹਿਲੀਆਂ ਨਾਲ ਤੁਲਨਾ ਕੀਤੀ ਜਾਵੇ ਤਾਂ ਇਹ ਸੰਤ ਭਿੰਡਰਾਂਵਾਲੇ ਪ੍ਰਤੀ ਅਕਾਲੀ ਲੀਡਰਸ਼ਿਪ ਦੇ ਰੁਖ ਅੰਦਰ ਆਈ ਵੱਡੀ ਤਬਦੀਲੀ ਦਾ ਸੰਕੇਤ ਸੀ। ਇਸ ਤੋਂ ਪਹਿਲਾਂ ਅਕਾਲੀ ਲੀਡਰਸ਼ਿਪ ਵੱਲੋਂ ਜਾਂ ਤਾਂ ਸੰਤ ਜਰਨੈਲ ਸਿੰਘ ਨੂੰ ਬਹੁਤਾ ਗੌਲਿਆ ਨਹੀਂ ਸੀ ਜਾਂਦਾ ਅਤੇ ਜਾਂ ਉਹਨਾਂ ਪ੍ਰਤੀ ਵਿਰੋਧ ਤੇ ਤਿਰਸਕਾਰ ਵਾਲਾ ਰਵੱਈਆ ਅਖਤਿਆਰ ਕਰਕੇ ਚੱਲਿਆ ਜਾਂਦਾ ਸੀ। ਅਕਾਲੀ ਦਲ ਦੀ ਲੁਧਿਆਣਾ ਕਾਨਫਰੰਸ 1978 ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 1979 ਇਸ ਦੀਆਂ ਉਘੜਵੀਆਂ ਉਦਾਹਰਨਾਂ ਸਨ। ਇਸ ਤੋਂ ਪਹਿਲਾਂ ਜਥੇਦਾਰ ਟੋੜਾ ਵੱਲੋਂ ਧਰਮ ਪ੍ਰਚਾਰ ਦੇ ਮਾਮਲੇ 'ਚ ਜ਼ਰੂਰ ਸੰਤ ਭਿੰਡਰਾਂਵਾਲੇ ਨੂੰ ਸੰਕੋਚਵਾਂ ਸਹਿਯੋਗ ਦਿੱਤਾ ਜਾ ਰਿਹਾ ਸੀ। ਉਸਨੇ ਭਿੰਡਰਾਂਵਾਲੇ ਜਥੇ ਨੂੰ ਧਰਮ ਪ੍ਰਚਾਰ ਤੇ ਅੰਮ੍ਰਿਤ ਸੰਚਾਰ ਦੇ ਕਾਰਜ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਗੁਰਧਾਮਾਂ ਦੀ ਵਰਤੋਂ ਕਰਨ ਦੀਆਂ ਸਹੂਲਤਾਂ ਦਿੱਤੀਆਂ ਹੋਈਆਂ ਸਨ। ਅਕਾਲੀ ਲੀਡਰਸ਼ਿਪ ਅੰਦਰਲਾ ਇੱਕ ਵਰਗ ਜਥੇਦਾਰ ਟੋੜਾ ਦੀ ਸੰਤ ਭਿੰਡਰਾਂਵਾਲੇ ਪ੍ਰਤੀ ਇਸ ਰਿਆਇਤ ਦਿਲੀ ਨੂੰ ਪਸੰਦ ਨਹੀਂ ਸੀ ਕਰਦਾ। ਲਾਲਾ ਜਗਤ ਨਾਰਾਇਣ ਦੀ ਹੱਤਿਆ ਦੇ ਮਾਮਲੇ ਤੇ ਅਕਾਲੀ ਲੀਡਰਸ਼ਿਪ ਦੇ ਇੱਕ ਵਰਗ ਵੱਲੋਂ ਸੰਤ ਭਿੰਡਰਾਂਵਾਲੇ ਦੀ ਹਮਾਇਤ ਉੱਤੇ ਆ ਨਿਤਰਨਾ ਹੋਰ ਵੀ ਟੈਂਟੇ ਭਰਿਆ ਮਸਲਾ ਸੀ, ਕਿਉਂਕਿ ਇਹ ਨਿਰਾ ਧਾਰਮਿਕ ਮਾਮਲਾ ਨਾ ਰਹਿ ਕੇ ਸਿੱਧੇ ਰਾਜਨੀਤਿਕ ਅਰਥ ਤੇ ਮਹੱਤਵ ਗ੍ਰਹਿਣ ਕਰ ਗਿਆ ਸੀ। ਇਸ ਪੱਖੋਂ ਦੇਖਿਆ ਪੰਥ ਦੀਆਂ ਦੋਨੋਂ ਪ੍ਰਮੁੱਖ ਵਕਾਰੀ ਜਥੇਬੰਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨਾਂ ਵੱਲੋਂ ਲਿਆ ਇਹ ਪੈਂਤੜਾ ਰਾਜਨੀਤਿਕ ਦ੍ਰਿਸ਼ਟੀ ਤੋਂ ਭਾਰੀ ਅਹਿਮੀਅਤ ਰੱਖਦਾ ਸੀ। ਇਹ ਕੋਈ ਸਿਰਫ ਮੌਕੇ ਦੀ ਗੱਲ ਨਹੀਂ ਸੀ, ਇਹ ਅਕਾਲੀ ਲੀਡਰਸ਼ਿਪ ਦੇ ਇੱਕ ਵਰਗ ਦੀ ਸੰਤ ਜਰਨੈਲ ਸਿੰਘ ਨਾਲ ਬਣ ਉਸਰ ਰਹੀ ਨਵੀਂ ਰਾਜਨੀਤਿਕ ਸਮੀਕਰਨ ਦਾ ਹੀ ਇੱਕ ਸੰਕੇਤਕ ਪ੍ਰਗਟਾਵਾ ਸੀ। ਇਹ ਸਮੀਕਰਨ ਇੰਨੀ ਸਰਲ ਤੇ ਸਿੱਧ ਪੱਧਰੀ ਨਹੀਂ ਸੀ, ਸਗੋਂ ਕਾਫੀ ਜਟਿਲ ਸੀ। ਇਸ ਅੰਦਰ ਅੰਕ ਗਣਿਤ ਨਾਲੋਂ ਬੀਜ ਗਣਿਤ ਦੇ ਅੰਸ਼ ਵੱਧ ਸਨ। ਇਸ ਨਾਲ ਠੀਕ ਤਰ੍ਹਾਂ ਨਿਭਣ ਲਈ ਬੁਲੰਦ ਨੈਤਿਕਤਾ ਤੇ ਅਸਧਾਰਨ ਪ੍ਰਤਿਭਾ ਦੀ ਜ਼ਰੂਰਤ ਸੀ। ਇਸ ਕਰਕੇ ਸੰਤ ਭਿੰਡਰਾਂਵਾਲੇ ਦੇ ਜਿਉਂਦੇ ਜੀ ਵੱਡੇ ਤਣਾਅ ਤੇ ਕਸਾ ਚੱਲ ਕੇ ਵੀ ਇਸ ਸਮੀਕਰਨ ਦਾ ਵਜੂਦ ਟੁੱਟਣੋਂ ਖਿੰਡਣੋਂ ਬਚਿਆ ਰਿਹਾ। ਸੰਤਾਂ ਦੇ ਸ਼ਹੀਦ ਹੋ ਜਾਣ ਤੋਂ ਬਾਅਦ ਇੱਕ ਤਾਂ ਹਾਲਤਾਂ ਹੀ ਸਿਫਤੀ ਮੋੜ ਕੱਟ ਗਈਆਂ, ਦੂਜਾ ਹੋਰ ਕਿਸੇ ਵੀ ਨਰਮ ਖਿਆਲੀ ਜਾਂ ਗਰਮ ਖਿਆਲੀ ਸਿੱਖ ਆਗੂ ਅੰਦਰ ਇਹਨਾਂ ਦੋ ਧਾਰਾਵਾਂ ਦਾ ਸੁਮੇਲ ਨਿਭਾ ਸਕਣ ਦੀ ਸਮਰੱਥਾ ਨਹੀਂ ਸੀ। ਸਿੱਟੇ ਵਜੋਂ ਹਰਿਮੰਦਰ ਸਾਹਿਬ ਉੱਤੇ ਫੌਜੀ ਹਮਲੇ ਤੋਂ ਬਾਅਦ ਇਹ ਦੋਨੋਂ ਧਾਰਾਵਾਂ ਨਾ ਸਿਰਫ ਆਪਸ ਵਿੱਚ ਨਿਖੜ ਕੇ ਰਹਿ ਗਈਆਂ, ਸਗੋਂ ਇਹਨਾਂ ਵਿਚਕਾਰ ਖੂਨੀ ਟਕਰਾਓ ਤੱਕ ਦੀ ਨੌਬਤ ਪੈਦਾ ਹੋ ਗਈ। ਅਸਲ ਵਿੱਚ ਅਕਾਲੀ ਲੀਡਰਸ਼ਿਪ ਨਾਲ ਵੱਡਾ ਦੁਖਾਂਤ ਇਹ ਵਾਪਰਿਆ ਕਿ ਉਸ ਵੱਲੋਂ ਇਸ ਦੌਰ ਅੰਦਰ ਨਿਭਾਏ ਗਏ ਰਾਜਸੀ ਰੋਲ ਦਾ ਮੁਲਾਂਕਣ ਕਰਨ ਲੱਗਿਆਂ ਉਸ ਨਾਲ ਪੂਰਾ ਇਨਸਾਫ ਨਹੀਂ ਹੋਇਆ। ਗੈਰਾਂ ਨੇ ਤਾਂ ਜੋ ਕੀਤਾ ਸੋ ਕੀਤਾ, ਆਪਣਿਆਂ ਨੇ ਵੀ ਉਸ ਨੂੰ ਸਮਝਣ ਵਿੱਚ ਘੱਟ ਅਤੇ ਨਿੰਦਣ ਵਿੱਚ ਵੱਧ ਰੁਚੀ ਦਿਖਾਈ। ਜ਼ਿਆਦਾਤਰ ਹੋਇਆ ਇਹ ਕਿ ਇੱਕ ਤਾਂ ਲਗਭਗ ਪੂਰੀ ਦੀ ਪੂਰੀ ਅਕਾਲੀ ਲੀਡਰਸ਼ਿਪ ਨੂੰ ਹੀ ਇੱਕੋ ਪਲੜੇ ਤੋਲਣ ਦੀ ਉਲਾਰ ਪ੍ਰਵਿਰਤੀ ਪ੍ਰਗਟਾਈ ਗਈ, ਦੂਜਾ ਇਹ ਕਿ ਉਸ ਦੇ ਨਿਖੇਧਵਾਚੀ ਪੱਖਾਂ ਨੂੰ ਹੀ ਸਾਹਮਣੇ ਰੱਖਿਆ ਗਿਆ। ਹਾਂਦਰੂ ਪੱਖ ਚੰਗੇ ਮਾੜੇ ਜੋ ਵੀ ਸਨ ਉਹਨਾਂ ਨੂੰ ਪੂਰੀ ਤਰ੍ਹਾਂ ਹੀ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਅਕਾਲੀ ਲੀਡਰਸ਼ਿਪ ਦੀਆਂ ਵੱਧ ਕਮਜ਼ੋਰੀਆਂ ਹੀ ਦੇਖੀਆਂ ਗਈਆਂ, ਸੀਮਤਾਈਆਂ ਨੂੰ ਸਮਝਣ ਦੇ ਯਤਨ ਨਹੀਂ ਹੋਏ। ਉਸ ਦੀਆਂ ਨਲਾਇਕੀਆਂ ਉੱਤੇ ਤਾਂ ਔਖ ਪ੍ਰਗਟਾਈ ਜਾਂਦੀ ਰਹੀ, ਪਰ ਉਸ ਦੀ ਕਿਸੇ ਬੇਵਸੀ ਨੂੰ ਬੁੱਝਣ ਦੀ ਖੇਚਲ ਘੱਟ ਹੀ ਕਿਸੇ ਨੇ ਕੀਤੀ। ਇਸੇ ਤਰ੍ਹਾਂ ਉਸ ਦੀ ਮੌਕਾ ਪ੍ਰਸਤੀ ਨੂੰ ਹੀ ਵੱਧ ਛੰਡਿਆ ਗਿਆ, ਉਸ ਦੀ ਦੁਬਿਧਾ ਨੂੰ ਪਛਾਣਨ ਦੀ ਕੋਸ਼ਿਸ਼ਾਂ ਘੱਟ ਹੋਈਆਂ। ਅਕਾਲੀ ਲੀਡਰਸ਼ਿਪ ਦੇ ਖਾਸੇ ਤੇ ਰੋਲ ਦਾ ਹਕੀਕੀ ਵਿਸ਼ਲੇਸ਼ਣ ਕਰਨ ਲਈ ਤਿੰਨ ਗੱਲਾਂ ਧਿਆਨ 'ਚ ਰੱਖਣੀਆਂ ਬਹੁਤ ਜ਼ਰੂਰੀ ਹਨ। ਪਹਿਲੀ ਤਾਂ ਇਹ ਕਿ ਜਮਾਤੀ ਪਿਛੋਕੜ ਤੇ ਧਾਰਮਿਕ ਜਜ਼ਬੇ ਦੇ ਪੱਖ ਤੋਂ ਦੇਖਿਆ ਅਕਾਲੀ ਲੀਡਰਸ਼ਿਪ ਇੱਕ ਦੇ ਨਹੀਂ, ਇਸ ਲਿਹਾਜ਼ ਤੋਂ ਇਸ ਅੰਦਰਲੇ ਅਲੱਗ-ਅਲੱਗ ਤੱਤਾਂ ਵਿੱਚ ਕਾਫੀ ਫਰਕ ਤੇ ਵਖਰੇਵੇਂ ਮੌਜੂਦ ਹਨ ਜੋ ਅਕਸਰ ਕਿਸੇ ਨਾ ਕਿਸੇ ਰੂਪ 'ਚ ਪ੍ਰਗਟ ਹੁੰਦੇ ਰਹਿੰਦੇ ਹਨ। ਭਾਵੇਂ ਅਜਿਹੇ ਮਾਮਲਿਆਂ 'ਚੋਂ ਕੋਈ ਸ਼ੁੱਧ ਅਤੇ ਪਰਮ ਸੰਪੂਰਨ ਨਿਯਮ ਨਹੀਂ ਮੰਨਿਆ ਜਾ ਸਕਦਾ, ਪਰ ਫਿਰ ਵੀ ਆਮ ਨਿਯਮ ਦੇ ਤੌਰ ਤੇ ਇਹ ਕਿਹਾ ਜਾ ਸਕਦਾ ਹੈ ਕਿ ਜਿਹੜੇ ਤੱਤ ਵੱਧ ਧਨਾੜ ਸਮਾਜੀ ਪਿਛੋਕੜ ਤੇ ਘੱਟ ਧਾਰਮਿਕ ਮਾਹੌਲ 'ਚੋਂ ਆਏ ਹਨ ਉਹਨਾਂ ਅੰਦਰ ਪੰਥਕ ਜਜ਼ਬੇ ਦੀ ਰੜਕਵੀਂ ਘਾਟ ਪਾਈ ਜਾਂਦੀ ਹੈ, ਜਦ ਕਿ ਇਸ ਦੀ ਨਿਸਬਤਨ ਪਹਿਲੀਆਂ ਵਿੱਚ 40ਵਿਆਂ 50ਵਿਆਂ ਦੌਰਾਨ ਕਿਸਾਨੀ ਦੀਆਂ ਦਰਮਿਆਨੀਆਂ ਜਾਂ ਹੇਠਲੀਆਂ ਪਰਤਾਂ ਅਤੇ ਜਾਂ ਸ਼ਹਿਰੀ ਮੱਧ ਵਰਗੀ ਪਿਛੋਕੜ 'ਚੋਂ ਆਏ ਟਕਸਾਲੀ ਤੱਤਾਂ, ਜਿਨ੍ਹਾਂ ਨੂੰ ਸ਼ਬਦਾਂ ਦੇ ਵਧੇਰੇ ਅਸਲੀ ਅਰਥਾਂ ਵਿੱਚ ਜਥੇਦਾਰ ਵਰਗ ਕਿਹਾ ਜਾ ਸਕਦਾ ਹੈ, ਅੰਦਰ ਸਭਨਾ ਕਮਜ਼ੋਰੀਆਂ ਤੇ ਸੀਮਤਾਈਆਂ ਦੇ ਬਾਵਜੂਦ ਪੰਥਕ ਜਜ਼ਬਾ,
ਕਿਸੇ ਨਾ ਕਿਸੇ रूप ਵਿੱਚ ਆਪਣੀ ਤਕੜੀ ਹੋਂਦ ਕਾਇਮ ਰੱਖ ਰਿਹਾ ਹੈ। ਮੁੱਖ ਤੌਰ ਤੇ ਇਹ ਵਰਗ ਹੀ ਸੀ ਜੋ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨਾਲ ਵੱਧ ਕਰੀਬੀ ਸਾਂਝ ਤੇ ਸਹਿਚਾਰ ਬਣਾ ਕੇ ਚੱਲ ਰਿਹਾ ਸੀ। ਦੂਜੀ ਗੱਲ ਇਹ ਕਿ ਅਕਾਲੀ ਲੀਡਰਸ਼ਿਪ ਦੇ ਜਾਂ ਇਸ ਅੰਦਰਲੇ ਅਲੱਗ-ਅਲੱਗ ਵਰਗਾਂ ਜਾਂ ਵਿਅਕਤੀਆਂ ਦੇ ਹਰ ਕਦਮ ਜਾਂ ਕਰਮ ਨੂੰ ਸੌੜੀਆਂ ਤੇ ਸੁਆਰਥੀ ਗਿਣਤੀਆਂ ਮਿਣਤੀਆਂ ਚੋਂ ਨਿਕਲੇ ਮੌਕਾ ਪ੍ਰਸਤ ਕਦਮ ਦੀ ਸੰਗਿਆ ਦੇਣੀ ਉਚਿਤ ਨਹੀਂ। ਬਾਵਜੂਦ ਇਸ ਤੱਥ ਦੇ ਕਿ ਰਾਜਨੀਤਿਕ ਭੈੜਾਂ ਤੇ ਨੈਤਿਕ ਨਿਗਾਰਾਂ ਨੇ ਅਕਾਲੀ ਲੀਡਰਸ਼ਿਪ ਦੇ ਵੱਡੇ ਹਿੱਸਿਆਂ ਨੂੰ ਆਪਣੀ ਮਾਰੂ ਗ੍ਰਿਫਤ ਵਿੱਚ ਲੈ ਰੱਖਿਆ ਹੋਇਆ ਹੈ, ਪਰ ਫਿਰ ਵੀ ਉਹਨਾਂ ਖਾਸ ਤੌਰ ਤੇ ਟਕਸਾਲੀ ਤੱਤਾਂ ਅੰਦਰਲਾ ਪੰਥਕ ਮਾਦਾ ਕਿਤੇ ਨਾ ਕਿਤੇ ਆਪਣਾ ਖਰਾ ਲੱਛਣ ਵੀ ਪ੍ਰਗਟਾਉਂਦਾ ਰਹਿੰਦਾ ਹੈ। ਖੋਟੇ ਪੱਖ ਦੇ ਹਾਵੀ ਹੋਣ ਕਰਕੇ ਖਰੇ ਪੱਖ ਦੀ ਹੋਂਦ ਤੋਂ ਹੀ ਇਨਕਾਰੀ ਹੋ ਜਾਣਾ ਕੋਈ ਚੰਗਾ ਬੌਧਿਕ ਲੱਛਣ ਨਹੀਂ ਕਿਹਾ ਜਾ ਸਕਦਾ। ਇਸ ਕਰਕੇ ਅਕਾਲੀ ਲੀਡਰਸ਼ਿਪ ਦੀਆਂ ਸਫਾ ਅੰਦਰ ਪ੍ਰਗਟ ਹੋਣ ਵਾਲੇ ਹਰ ਵਿਰੋਧ ਵਖਰੇਵੇਂ ਨੂੰ ਸਿੱਧਮ ਸਿੱਧੇ ਰੂਪ ਵਿੱਚ ਕੁਰਸੀ ਦੀ ਲੜਾਈ ਤੱਕ ਹੀ ਸੁੰਗੇੜ ਕੇ ਦੇਖਣਾ ਠੀਕ ਨਹੀਂ। ਬਾਵਜੂਦ ਇਸ ਗੱਲ ਦੇ ਕਿ ਸੱਤਾ ਤੇ ਅਹੁਦਿਆਂ ਲਈ ਅੰਨੀ ਦੌੜ ਅਜੋਕੇ ਅਕਾਲੀ ਰਾਜਸੀ ਸਦਾਚਾਰ ਅਸਲ ਵਿੱਚ ਦੁਰਾਚਾਰ ਦਾ ਭਾਰੂ ਲੱਛਣ ਹੋ ਗੁਜ਼ਰਿਆ ਹੈ। ਤੀਜੀ ਗੱਲ ਇਹ ਕਿ ਅਕਾਲੀ ਲੀਡਰਸ਼ਿਪ ਦੇ ਮਾਇਆਧਾਰੀ ਵਰਗ ਨਾਲ ਸੰਬੰਧਿਤ ਧੜੇ ਦੇ ਰਾਜਸੀ ਵਿਹਾਰ ਅੰਦਰ ਪ੍ਰਗਟ ਹੋ ਰਹੇ ਦੋਗਲੇਪਣ ਨੂੰ ਵੀ ਸਿਰਫ ਨਿਖੇਧਵਾਚੀ ਦ੍ਰਿਸ਼ਟੀ ਤੋਂ ਹੀ ਨਹੀਂ ਦੇਖਿਆ ਜਾਣਾ ਚਾਹੀਦਾ। ਇਸ ਦੋਗਲੇਪਣ ਦੇ ਬੁਨਿਆਦੀ ਕਾਰਨਾਂ ਦੀ ਥਾਂ ਪਾਉਣ ਦੇ ਸੰਜੀਦਾ ਯਤਨ ਹੋਣੇ ਚਾਹੀਦੇ ਹਨ। 1947 ਤੋਂ ਲੈ ਕੇ ਹੁਣ ਤੱਕ ਸਮੁੱਚੇ ਅਮਲ 'ਚੋਂ ਇਹ ਗੱਲ ਪ੍ਰਤੱਖ ਹੁੰਦੀ ਹੈ ਕਿ ਅਕਾਲੀ ਆਗੂਆਂ ਦੀ ਹਿੰਦੂ ਹਾਕਮਾਂ ਨਾਲ ਜਾਰਾ ਟੱਕਰ ਵੀ ਰਹੀ ਹੈ ਤੇ ਲੁਕਵੀਂ ਲਿਹਾਜ਼ ਵੀ ਰਹੀ ਹੈ। ਉਹ ਕੇਂਦਰੀ ਹਾਕਮਾਂ ਖਿਲਾਫ ਲੜਦੇ ਵੀ ਰਹੇ ਹਨ ਤੇ ਨਾਲ ਹੀ ਉਹਨਾਂ ਅੱਗੇ ਲਿਖਦੇ ਤੇ ਕਈ ਹਾਲਤਾਂ ਵਿੱਚ ਵਿਛਦੇ ਵੀ ਰਹੇ ਹਨ। ਉਹਨਾਂ ਜੇਲ੍ਹਾਂ ਅੰਦਰ ਵੀ ਜਫਰ ਜਾਲੇ ਹਨ ਤੇ ਵਜ਼ਾਰਤਾਂ ਦੇ ਵੀ ਬੁੱਲੇ ਲੁੱਟੇ ਹਨ। ਉਹਨਾਂ ਕੁਰਬਾਨੀਆਂ ਕੀਤੀਆਂ ਵੀ ਹਨ ਤੇ ਕੁਰਬਾਨੀਆਂ ਵੇਚੀਆਂ ਵੀ ਹਨ। ਉਹ ਹਿੰਦੂ ਹਾਕਮਾਂ ਹੱਥੋਂ ਸੰਘਰਸ਼ ਦੇ ਮੈਦਾਨ ਅੰਦਰ ਡੰਡੇ ਵੀ ਖਾਂਦੇ ਰਹੇ ਹਨ ਤੇ ਨਾਲ ਹੀ ਉਹਨਾਂ ਸੰਗ ਸੋਫਿਆਂ ਉੱਤੇ ਬੈਠ ਕੇ ਰਸਗੁੱਲੇ ਵੀ ਛਕਦੇ ਰਹੇ ਹਨ। ਉਹ ਹਿੰਦੂ ਹਾਕਮਾਂ ਦੇ ਜ਼ੁਲਮਾਂ ਦਾ ਸ਼ਿਕਾਰ ਵੀ ਹੁੰਦੇ ਰਹੇ ਹਨ ਅਤੇ ਖੁਦ ਜ਼ੁਲਮਾਂ 'ਚ ਭਾਈਵਾਲ ਵੀ ਬਣਦੇ ਰਹੇ ਹਨ। ਗੱਲ ਕੀ ਉਹਨਾਂ ਦਾ ਹਰ ਅਮਲ ਹਰ ਕਰਮ ਦੂਰਾ ਹੈ। ਅਜਿਹਾ ਉਹਨਾਂ ਦੇ ਖੂਨ ਦੇ ਨੁਕਸ ਕਰਕੇ ਨਹੀਂ, ਸਗੋਂ ਉਹਨਾਂ ਦੇ ਜਮਾਤੀ ਰੁਤਬੇ ਤੇ ਵਰਗ ਸੁਭਾਅ ਦੀ ਵਜ੍ਹਾ ਕਰਕੇ ਹੈ। ਅਕਾਲੀ ਆਗੂ ਧਨਾੜ ਜ਼ਰੂਰ ਹਨ, ਪਰ ਤਿੰਨ ਗੱਲਾਂ ਅਜਿਹੀਆਂ ਹਨ ਜੋ ਉਹਨਾਂ ਨੂੰ ਹਿੰਦੂ ਹਾਕਮਾਂ ਦੇ ਮਨਜ਼ੂਰੇ ਨਜ਼ਰ ਨਹੀਂ ਹੋਣ ਦੇ ਰਹੀਆਂ। ਕੁੱਲ ਤੋਂ ਪਹਿਲੀ ਤੇ ਅਹਿਮ ਗੱਲ ਇਹ ਹੈ ਕਿ ਉਹ ਸਿੱਖ ਹਨ, ਭਾਵ ਇਹ ਕਿ ਉਹ ਸਿੱਖ ਭਾਈਚਾਰੇ ਦਾ ਅੰਗ ਹਨ। ਇਸ ਕਰਕੇ ਭਾਰਤ ਅੰਦਰ ਸਿੱਖਾਂ ਨਾਲ ਜੋ ਬੀਤ ਗੁਜ਼ਰ ਰਹੀ ਹੈ, ਅਕਾਲੀ ਆਗੂ ਉਸ ਤੋਂ ਉੱਕਾ ਹੀ ਨਿਰਲੇਪ ਜਾਂ ਅਭਿੱਜ ਨਹੀਂ ਰਹਿ ਸਕਦੇ। ਹਿੰਦੂ ਹਾਕਮਾਂ ਦੀ ਪੰਥ ਅਤੇ ਪੰਜਾਬ ਪ੍ਰਤੀ ਅਪਣਾਈ ਵਿਤਕਰੇਬਾਜ਼ ਪਹੁੰਚ ਅਕਾਲੀ ਆਗੂਆਂ ਨੂੰ ਸਿੱਧੇ ਰੂਪ ਵਿੱਚ ਪ੍ਰਭਾਵਿਤ ਕਰਦੀ ਹੈ। ਇਸ ਤਰ੍ਹਾਂ ਸਿੱਖ ਸਮਾਜ ਦਾ ਅੰਗ ਹੋਣ ਕਰਕੇ ਅਕਾਲੀ ਆਗੂਆਂ ਦਾ ਹਿੰਦੂ ਹਾਕਮਾਂ ਨਾਲ ਸਦੀਵੀ ਵਿਰੋਧ ਬਣਿਆ ਆ ਰਿਹਾ ਹੈ। ਦੂਜੀ ਗੱਲ, ਅਕਾਲੀ ਲੀਡਰਸ਼ਿਪ ਦੇ ਧਨਾੜ ਹਿੱਸੇ ਵੱਧ ਜਰਾਇਤੀ ਸੈਕਟਰ ਨਾਲ ਜੁੜੇ ਹੋਏ ਹਨ। ਸਨਅਤੀ ਕਾਰੋਬਾਰੀ ਸੈਕਟਰ ਦੇ ਮੁਕਾਬਲੇ ਜਰਾਇਤੀ ਸੈਕਟਰ ਨਾਲ ਵਿਤਕਰੇਬਾਜ਼ੀ ਪੂੰਜੀਵਾਦੀ ਪ੍ਰਣਾਲੀ ਦਾ ਲਾਜ਼ਮੀ ਲੱਛਣ ਹੈ। ਇਹ ਵਿਤਕਰੇਬਾਜ਼ੀ ਵੀ ਅਕਾਲੀ ਆਗੂਆਂ ਨੂੰ ਕੇਂਦਰੀ ਹਾਕਮਾਂ ਖਿਲਾਫ ਲੜਾਈ ਵਾਲੇ ਪਾਸੇ ਤੋਰਦੀ ਹੈ। ਤੀਜੀ ਗੱਲ, ਅਕਾਲੀ ਆਗੂ ਕਿੰਨੇ ਵੀ ਧਨਾੜ ਕਿਉਂ ਨਾ ਹੋਣ, ਭਾਰਤ ਦੇ ਵੱਡੇ ਇਜਾਰੇਦਾਰ ਸਰਮਾਏਦਾਰਾਂ ਦੇ ਮੁਕਾਬਲੇ ਉਹ ਆਰਥਿਕ ਹੈਸੀਅਤ ਪੱਖੋਂ ਪੌੜੀ ਦੇ ਹੇਠਲੇ ਡੰਡਿਆਂ ਉੱਤੇ ਹੀ ਹਨ। ਭਾਵੇਂ ਕਿ ਮਾਇਆਧਾਰੀ ਰੁਚੀ ਦੇ ਮਾਲਕ ਹੋਣ ਕਰਕੇ ਉਹਨਾਂ ਦੀ ਅੱਖ ਪੌੜੀ ਦੇ ਉੱਪਰਲਿਆਂ ਡੰਡਿਆਂ ਉੱਤੇ ਟਿਕੀ ਹੋਈ ਹੈ। ਉਹਨਾਂ ਦਾ ਝੁਕਾਅ ਨਿਤਾਣਿਆਂ ਤੇ ਨਿਓਟਿਆਂ ਨਾਲ ਰਲ ਬੈਠਣ ਵੱਲ ਨਹੀਂ, ਉਹਨਾਂ ਦੀ ਲਾਲਸਾ ਬਿਰਲਿਆਂ, ਟਾਟਿਆਂ, ਮੋਦੀਆਂ ਤੇ ਅੰਬਾਨੀਆਂ ਦੀ ਕੁਸੰਗਤ ਮਾਨਣ ਦੀ ਹੈ। ਪਰ ਭਾਰਤ ਦੀ ਮੌਜੂਦਾ ਆਰਥਿਕ ਤੇ ਰਾਜਨੀਤਿਕ ਪ੍ਰਣਾਲੀ ਅਕਾਲੀ ਆਗੂਆਂ ਦੀਆਂ ਇਹਨਾਂ ਲਾਲਸਾਵਾਂ ਨੂੰ ਫਲ ਨਹੀਂ ਪੈਣ ਦਿੰਦੀ। ਇਸ ਕਰਕੇ ਇਸ ਢਾਂਚੇ ਅੰਦਰ ਲੋੜੀਂਦੀਆਂ ਆਰਥਿਕ ਤੇ ਰਾਜਸੀ ਤਬਦੀਲੀਆਂ ਦੀ ਮੰਗ ਕਰਨੀ ਉਹਨਾਂ ਦੀ ਅਣਸਰਦੀ ਜਮਾਤੀ ਆਰਥਿਕ ਲੋੜ ਹੈ। ਇਸ ਤਰ੍ਹਾਂ ਇੱਕ ਸਥਾਨਕ, ਖੇਤਰੀ ਤੇ ਮੁਕਾਬਲਤਨ ਛੋਟੇ ਦਰਜੇ ਦਾ ਸਰਮਾਏਦਾਰ ਵਰਗ ਹੋਣ ਕਰਕੇ ਵੀ ਅਕਾਲੀ ਆਗੂਆਂ ਦੇ ਭਾਰਤ ਦੇ ਕੇਂਦਰੀ ਹਾਕਮਾਂ ਨਾਲ ਨਿਰੰਤਰ ਵਿਰੋਧ ਤੇ ਰਫੜ ਪੈਦਾ ਹੁੰਦੇ ਰਹਿੰਦੇ ਹਨ। ਸੋ ਇਹਨਾਂ ਵਿਰੋਧ ਵਾਲੇ ਪੱਖਾਂ ਵਿੱਚੋਂ ਹੀ ਅਕਾਲੀ ਆਗੂਆਂ ਦਾ ਹਿੰਦੂ ਹਾਕਮਾਂ ਨਾਲ ਸੰਘਰਸ਼ ਅਤੇ ਟਕਰਾਓ ਦਾ ਪੈਂਤੜਾ ਨਿਕਲਦਾ ਹੈ।
ਪਰ ਇਸ ਦੇ ਨਾਲ ਹੀ ਇੱਕ ਮਾਇਆਧਾਰੀ ਵਰਗ ਹੋਣ ਦੀ ਹੈਸੀਅਤ ਵਿੱਚ ਇਸ ਧਨਾਢ ਸਿੱਖ ਤਬਕੇ ਦੀ ਭਾਰਤ ਦੇ ਸਰਮਾਏਦਾਰ ਵਰਗ ਨਾਲ ਜਮਾਤੀ ਆਰਥਿਕ ਸਾਂਝ ਵੀ ਹੈ। ਇਸ ਕਰਕੇ ਆਪਣੇ ਇਸ ਜਮਾਤੀ ਖਾਸੇ ਤੇ ਸੁਭਾਅ ਦੀ ਵਜ੍ਹਾ ਕਰਕੇ ਕੇਂਦਰੀ ਹਾਕਮਾਂ ਨਾਲ ਲੜਾਈ ਦੀ ਖੇਡ ਖੇਡਣ ਮੌਕੇ ਵੀ ਇਸ ਵਰਗ ਦੀ ਇਹ ਪੂਰੀ ਕੋਸ਼ਿਸ਼ ਰਹਿੰਦੀ ਹੈ ਕਿ ਲੜਾਈ ਖੇਡ ਦੇ ਨਿਯਮਾਂ ਅਨੁਸਾਰ ਹੀ ਲੜੀ ਜਾਵੇ ਅਤੇ ਇੱਕ ਦੂਜੇ ਦੇ ਹਿੱਤਾਂ ਉੱਤੇ ਵੱਡੀ ਆਂਚ ਨਾ ਆਉਣ ਦਿੱਤੀ ਜਾਵੇ। ਸਰਮਾਏਦਾਰ ਵਰਗ ਵੈਸੇ ਵੀ ਚਾਰੇ ਕੰਨੀਆਂ ਬੋਚ ਕੇ ਲੜਨ ਦਾ ਝੁਕਾਅ ਅਤੇ ਸੁਭਾਅ ਰੱਖਦਾ ਹੈ। ਇਹ ਸਾਰੀਆਂ ਗੱਲਾਂ ਰਵਾਇਤੀ ਅਕਾਲੀ ਰਾਜਨੀਤੀ ਦੇ ਖਾਸੇ ਤੇ ਵਹਿਣ ਉੱਤੇ ਲਗਾਤਾਰ ਆਪਣਾ ਪ੍ਰਭਾਵ ਛੱਡਦੀਆਂ ਰਹਿੰਦੀਆਂ ਹਨ। ਅਕਾਲੀ ਆਗੂ ਕੇਂਦਰੀ ਹਾਕਮਾਂ ਨਾਲ ਲੜਦੇ ਝਗੜਦੇ ਵੀ ਸੁਲ੍ਹਾ ਸਫਾਈ ਤੇ ਸਮਝੌਤੇਬਾਜ਼ੀ ਵਾਲਾ ਟੁੰਡ ਅਗਾਂਹ ਵਧਾਈ ਰੱਖਦੇ ਹਨ, ਪਰ ਉੱਪਰ ਬਿਆਨੇ ਕਾਰਨਾਂ ਕਰਕੇ ਕੇਂਦਰੀ ਹਾਕਮਾਂ ਨਾਲ ਉਹਨਾਂ ਦਾ ਕੋਈ ਵੀ ਸਮਝੌਤਾ ਹੰਢਣਸਾਰ ਸਾਬਤ ਨਹੀਂ ਹੋ ਸਕਿਆ। ਸੋ ਭਾਵੇਂ ਗਲ ਪਿਆ ਹੀ ਸਹੀ, ਲੜਾਈ ਦਾ ਢੋਲ ਵਜਾਉਣਾ ਉਹਨਾਂ ਦੀ ਮਜਬੂਰੀ ਵਰਗੀ ਲੋੜ ਬਣੀ ਹੋਈ ਹੈ। ਖਾੜਕੂ ਧਾਰਾ ਦੀ ਚੜ੍ਹਤ ਅਤੇ ਰਵਾਨਗੀ। ਸਿੱਖ ਗਰਮ ਖਿਆਲੀ ਧਾਰਾ ਦੀ ਜਨਮ ਕੁੰਡਲੀ ਫਰੋਲੀ ਜਾਵੇ ਤਾਂ ਇਸ ਦਾ ਗਰਭ ਧਾਰਨ 1946 ਦੇ ਉਸ ਮਤੇ ਨਾਲ ਹੀ ਹੋ ਗਿਆ ਸੀ, ਜਿਸ ਵਿੱਚ ਪਹਿਲੀ ਵਾਰ ਇੰਨੀ ਵੱਡੀ ਗਿਣਤੀ ਵਿੱਚ ਪੰਥਕ ਨੁਮਾਇੰਦਿਆਂ ਨੇ ਖੁੱਲ੍ਹ ਕੇ ਇਹ ਪੋਜੀਸ਼ਨ ਲਈ ਸੀ ਕਿ ਸਿੱਖ ਪੰਥ ਮਹਿਜ ਇੱਕ ਧਾਰਮਿਕ ਫਿਰਕਾ ਨਹੀਂ, ਬਲਕਿ ਆਧੁਨਿਕ ਅਰਥਾਂ ਵਿੱਚ ਇੱਕ ਕੌਮੀ ਭਾਈਚਾਰਾ ਹੈ, ਜਿਸ ਕਰਕੇ ਭਾਰਤ ਦੀ ਆਜ਼ਾਦੀ ਬਾਰੇ ਕੋਈ ਵੀ ਫੈਸਲਾ ਲੈਣ ਵੇਲੇ ਸਿੱਖਾਂ ਦੇ ਇਸ ਕੌਮੀ ਰੁਤਬੇ ਤੇ ਉਹਨਾਂ ਦੇ ਕੌਮੀ ਹਿੱਤਾਂ ਨੂੰ ਧਿਆਨ ਵਿੱਚ ਰੱਖਿਆ ਜਾਵੇ। ਜਿਵੇਂ ਕਿ ਇਸ ਕਿਤਾਬ ਦੇ ਮੁੱਢਲੇ ਭਾਗ ਅੰਦਰ ਇਸ ਉਦਾਸ ਸੱਚ ਦਾ ਖੁਲਾਸਾ ਕੀਤਾ ਜਾ ਚੁੱਕਾ ਹੈ ਕਿ ਪੰਥਕ ਨੁਮਾਇੰਦਿਆਂ ਵੱਲੋਂ ਲਿਆ ਗਿਆ ਇਹ ਇਤਿਹਾਸਕ ਫੈਸਲਾ ਉਸ ਵੇਲੇ ਜਦੋਂ ਦੁਨੀਆ ਉੱਤੇ ਇਤਿਹਾਸ ਸਿਰਜਣ ਦੇ ਮੌਸਮਾਂ ਦੀ ਬਹਾਰ ਖਿੜੀ ਹੋਈ ਸੀ, ਆਪਣਾ ਕੋਈ ਵੀ ਇਤਿਹਾਸ ਨਾ ਸਿਰਜ ਸਕਿਆ। ਵਜ੍ਹਾ ਇਹ ਕਿ ਇਹ ਫੈਸਲਾ ਉਸ ਵੇਲੇ ਸਿੱਖ ਕੌਮ ਦੀਆਂ ਅਪ੍ਰਗਟ ਰੂਪ ਭਾਵਨਾਵਾਂ ਦੀ ਤਰਜਮਾਨੀ ਤਾਂ ਭਲੇ ਹੀ ਕਰਦਾ ਸੀ, ਪਰੰਤੂ ਲੀਡਰਸ਼ਿਪ ਸਮੇਤ ਸਿੱਖ ਕੌਮ ਦੀ ਪ੍ਰਗਟ ਰੂਪ ਚੇਤਨਾ ਅਜੇ ਘੱਟ ਗਿਣਤੀ ਵਰਗ ਚੇਤਨਾ ਦੇ ਗ੍ਰਹਿਣ ਤੋਂ ਮੁਕਤ ਨਹੀਂ ਸੀ ਹੋਈ। ਲਗਭਗ ਇੱਕ ਸਦੀ ਤੋਂ ਹੀ ਸਿੱਖ ਪੰਥ ਦੀ ਰਾਜਸੀ ਚੇਤਨਾ ਉੱਤੇ ਦੋ ਉਲਟ ਪੱਖੀ ਪ੍ਰਭਾਵ ਨਿਰੰਤਰ ਆਪਣਾ ਅਸਰ ਦਿਖਾਉਂਦੇ ਆ ਰਹੇ ਸਨ। ਸਿੱਖਾਂ ਦਾ ਇਤਿਹਾਸ, ਉਹਨਾਂ ਦੀ ਅਰਦਾਸ ਤੇ ਉਹਨਾਂ ਦਾ ਵਿਰਸਾ ਉਹਨਾਂ ਅੰਦਰ ਇੱਕ ਖੁਦਦਾਰ ਤੇ ਖੁਦ ਮੁਖਤਿਆਰ ਕੌਮ ਦਾ ਅਹਿਸਾਸ ਤੇ ਜਜ਼ਬਾ ਪੈਦਾ ਕਰਦਾ ਸੀ। ਪਰ 1849 ਵਿੱਚ ਆਪਣੇ ਸੁਤੰਤਰ ਰਾਜ ਦੇ ਖੁੱਸ ਜਾਣ ਤੋਂ ਬਾਅਦ ਬਰਤਾਨਵੀ ਰਾਜ ਹੇਠ ਵਿਸ਼ਾਲ ਭਾਰਤੀ ਹਿੰਦੂ ਰਿਆਇਆ ਦਾ ਅੰਗ ਬਣ ਜਾਣ ਨਾਲ ਸਿੱਖ ਯਕਦਮ ਇੱਕ ਸੁਤੰਤਰ ਤੇ ਹੁਕਮਰਾਨ ਕੌਮ ਤੋਂ ਇੱਕ ਨਿਗੂਣੀ ਤੇ ਅਧੀਨ ਧਾਰਮਿਕ ਘੱਟ ਗਿਣਤੀ ਵਿੱਚ ਤਬਦੀਲ ਹੋ ਕੇ ਰਹਿ ਗਏ। ਬਸ ਇਸ ਦੇ ਨਾਲ ਹੀ ਸਿੱਖ ਭਾਈਚਾਰੇ ਅੰਦਰ ਇੱਕ ਖੁਦ ਮੁਖਤਿਆਰ ਕੌਮ ਦਾ ਅਹਿਸਾਸ ਤੇ ਜਜ਼ਬਾ ਸੋਕੇ ਪੈਣਾ ਸ਼ੁਰੂ ਹੋ ਗਿਆ ਤੇ ਉਸ ਅੰਦਰ ਘੱਟ ਗਿਣਤੀ ਵਰਗ ਚੇਤਨਾ ਦਾ ਨਾਸੂਰ ਜੜ੍ਹਾਂ ਫੜਨ ਲੱਗ ਪਿਆ। ਗਾਂਧੀ ਦੀ ਸਰਪ੍ਰਸਤੀ ਹੇਠ ਭਾਰਤ ਦੀ ਆਜ਼ਾਦੀ ਦੇ ਸੰਗਰਾਮ ਦੀ ਮੁੱਖ ਧਾਰਾ ਵਿੱਚ ਸ਼ਾਮਲ ਹੋ ਜਾਣ ਨਾਲ ਸਿੱਖ ਭਾਈਚਾਰੇ ਅੰਦਰ ਆਪਣੀ ਨਿਆਰੀ ਹਸਤੀ ਦਾ ਅਹਿਸਾਸ ਵੀ ਮਾਂਦਾ ਪੈ ਤੁਰਿਆ ਅਤੇ ਉਸ ਉੱਤੇ ਆਪਣੇ ਆਪ ਨੂੰ ਹਿੰਦੂ ਮੁੱਖ ਧਾਰਾ ਵਿੱਚ ਅਭੇਦ ਕਰ ਲੈਣ ਦੀ ਕੁਲੱਛਣੀ ਸੋਚ ਤੇ ਰੁਚੀ ਹਾਵੀ ਹੋ ਗਈ। ਭਾਰਤ ਦੀ ਆਜ਼ਾਦੀ ਤੋਂ ਬਾਅਦ ਸਿੱਖ ਭਾਈਚਾਰੇ ਦੇ ਮੁੱਖ ਧਾਰਾ ਵਿੱਚ ਜਜ਼ਬ ਹੋਣ ਦਾ ਅਮਲ ਹੋਰ ਚਾਲ ਫੜ ਗਿਆ। ਸਭ ਤੋਂ ਵੱਧ ਸਿੱਖ ਸਮਾਜ ਅੰਦਰਲੇ ਕੁਲੀਨ ਵਰਗ ਸਿੱਖ ਇਲੀਟ ਨੇ ਆਪਣੇ ਆਪ ਨੂੰ ਸਵੈ ਇੱਛਾ ਨਾਲ ਹਰ ਪੱਧਰ ਤੇ ਭਾਰਤ ਦੇ ਸਮਾਜੀ ਆਰਥਿਕ ਤਾਣੇ ਬਾਣੇ ਤੇ ਰਾਜਸੀ ਢਾਂਚੇ ਨਾਲ ਇੱਕ ਮਿਕ ਕਰ ਲੈਣ ਦੀ ਜ਼ੋਰਦਾਰ ਧੁੱਸ ਅਖਤਿਆਰ ਕਰ ਲਈ। ਬਾਕੀ ਸਿੱਖ ਵਰਗਾਂ ਪੱਲੇ ਵੀ ਇਸ ਤੋਂ ਸਿਵਾ ਕਿਸੇ ਹੋਰ ਬਦਲ ਦਾ ਕੋਈ ਵਿਚਾਰ ਨਕਸ਼ਾ ਨਾ ਹੋਣ ਕਰਕੇ ਉਹ ਵੀ ਭਾਰਤੀ ਢਾਂਚੇ ਅੰਦਰ ਆਪਣੀ ਜਗ੍ਹਾ ਬਣਾਉਣ ਦੇ ਆਰਥਿਕ ਤੇ ਰਾਜਨੀਤਿਕ ਆਹਰ ਵਿੱਚ ਜੁਟ ਗਏ। ਕਰੀਬ 3 ਦਹਾਕਿਆਂ ਤੱਕ ਇਹ ਅਮਲ ਅਰੁੱਖ ਅੱਗੇ ਵੱਧਦਾ ਚਲਾ ਗਿਆ। ਇਸ ਸਮੇਂ ਦੌਰਾਨ ਜੋ ਵੀ ਸਿੱਖ ਲੀਡਰਸ਼ਿਪ ਅੱਗੇ ਆਈ, ਉਸ ਦਾ ਮੁੱਖ ਸਰੋਕਾਰ ਭਾਰਤ ਅੰਦਰ ਸਿੱਖ ਭਾਈਚਾਰੇ ਲਈ ਘੱਟ ਗਿਣਤੀ ਵਰਗ ਵਾਲਾ ਮਾਣ ਸਤਿਕਾਰ ਤੇ ਸਨਮਾਨਜਨਕ ਰੁਤਬਾ ਹਾਸਲ ਕਰਨਾ ਬਣਿਆ ਰਿਹਾ। ਸ਼ੁਰੂ ਤੋਂ ਲੈ ਕੇ ਹੀ ਅਕਾਲੀ ਲੀਡਰਸ਼ਿਪ ਦਾ ਇਹ ਉੱਭਰਵਾਂ ਲੱਛਣ ਦੇਖਣ ਵਿੱਚ ਆਇਆ ਹੈ ਕਿ ਜਮਾਤੀ ਬਣਤਰ ਦੇ ਲਿਹਾਜ਼ ਨਾਲ ਮਿਲਗੋਭਾ ਹੋਣ ਦੇ ਬਾਵਜੂਦ ਬੁਨਿਆਦੀ ਸਿਧਾਂਤਕ ਸਮਝ ਅਤੇ ਸੂਝ-ਬੂਝ ਦੇ ਮਾਮਲੇ 'ਚ ਇਸ ਅੰਦਰ ਸਿਰੇ ਦੀ ਇੱਕ ਮਤਤਾ ਬਣੀ ਆ ਰਹੀ ਹੈ। ਇਸ ਦੇ ਸਾਰੇ ਹੀ ਵਰਗਾਂ ਤੇ ਧੜਿਆਂ ਨੇ ਘੱਟ ਗਿਣਤੀ ਵਰਗ ਚੇਤਨਾ ਦਾ ਬਰਾਬਰ ਅਸਰ ਅਤੇ ਗਲਬਾ ਕਬੂਲ ਰੱਖਿਆ ਹੋਇਆ ਹੈ। 1946 ਤੋਂ ਬਾਅਦ 80ਵਿਆਂ ਤੱਕ ਕਿਸੇ ਵੀ ਸਥਾਪਿਤ ਸਿੱਖ ਆਗੂ ਨੇ ਆਪੇ ਹੀ ਵਾਹ ਰੱਖੀ ਇਸ ਸਿਧਾਂਤਕ ਕਾਰ ਲਛਮਣ ਰੇਖਾ ਨੂੰ ਪਾਰ ਕਰਨ ਦੀ ਕਦੇ ਵੀ ਕੋਈ ਗਹਿਰ ਗੰਭੀਰ ਕੋਸ਼ਿਸ਼ ਜਾਂ ਰੁਚੀ ਨਹੀਂ ਪ੍ਰਗਟਾਈ।
हाँ, इस सारे समय दौरान ਐਵੇਂ ਗਿਣਤੀ ਦੇ ਸਿੱਖ ਬੁੱਧੀਮਾਨਾਂ ਤੇ ਨੌਜਵਾਨਾਂ ਵੱਲੋਂ ਇਸ ਸਿਧਾਂਤਕ ਵਲਗਣ ਚੋਂ ਬਾਹਰ ਨਿਕਲਣ ਅਤੇ ਸਿੱਖ ਕੌਮ ਅੰਦਰ ਆਜ਼ਾਦ ਪੰਥਕ ਹਸਤੀ ਦੀ ਚੇਤਨਾ ਦਾ ਪਾਸਾਰਾ ਕਰਨ ਦੇ ਟੁੱਟਵੇਂ ਕਹਿਰੇ ਯਤਨ ਜ਼ਰੂਰ ਹੁੰਦੇ ਰਹੇ। ਜ਼ਿਆਦਾਤਰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪਲੇਟਫਾਰਮ ਤੋਂ ਪੜ੍ਹੇ ਲਿਖੇ ਸਿੱਖ ਨੌਜਵਾਨਾਂ ਦੇ ਮੂਲੋਂ ਹੀ ਛੋਟੇ-ਮੋਟੇ ਗਰੁੱਪ ਆਪਣੀ ਕੱਲੀ ਕਹਿਰੀ ਆਵਾਜ਼ ਵਿੱਚ ਵੱਖਰੀ ਸਿੱਖ ਕੌਮ ਦੀ ਸੱਦ ਲਾਉਂਦੇ ਰਹੇ ਅਤੇ ਅਕਾਲੀ ਲੀਡਰਸ਼ਿਪ ਦੇ ਸਿਧਾਂਤਕ ਪੈਂਤੜਿਆਂ ਤੇ ਰਾਜਨੀਤਿਕ ਅਮਲਾਂ ਨੂੰ ਤਿੱਖੀ ਪੜਚੋਲ ਦਾ ਨਿਸ਼ਾਨਾ ਬਣਾਉਂਦੇ ਰਹੇ। ਇਹਨਾਂ ਗਰਮ ਮਿਜਾਜ਼ ਸਿੱਖ ਨੌਜਵਾਨਾਂ ਚੋਂ ਬਹੁਤੇ ਸ਼ਹਿਰੀ ਮੱਧ ਜਾਂ ਨਿਮਨ ਵਰਗ ਨਾਲ ਸੰਬੰਧ ਰੱਖਦੇ ਸਨ ਅਤੇ ਇਹਨਾਂ ਦੇ ਮੁੱਖ ਸਰੋਤਾ ਗਣ ਵੀ ਇਹਨਾਂ ਹੀ ਵਰਗਾਂ ਨਾਲ ਸੰਬੰਧਿਤ ਨੌਜਵਾਨ ਤੇ ਨੌਕਰੀ ਪੇਸ਼ਾ ਲੋਕ ਸਨ। ਪੇਂਡੂ ਸਿੱਖ ਖਾਸ ਕਰਕੇ ਜੱਟ ਕਿਸਾਨ ਇਹਨਾਂ ਸ਼ਹਿਰੀਆਂ ਦੇ ਵਿਚਾਰਾਂ ਨੂੰ ਘੱਟ ਹੀ ਪਸੰਦ ਕਰਦੇ ਸਨ। ਅਸਲ ਵਿੱਚ ਜਿਵੇਂ ਪਿੱਛੇ ਦੇਖਿਆ ਜਾ ਚੁੱਕਾ ਹੈ, ਉਸ ਵੇਲੇ ਪੇਂਡੂ ਸਿੱਖ ਵਰਗ ਦਾ ਰੁਝਾਨ ਕਾਫੀ ਅਲੱਗ ਤਰ੍ਹਾਂ ਦਾ ਸੀ। ਹਰੇ ਇਨਕਲਾਬ ਦੀਆਂ ਲਹਿਰਾਂ ਬਹਿਰਾਂ ਨੇ ਉਸ ਦੀ ਤਰਜੇ ਜ਼ਿੰਦਗੀ ਉੱਤੇ ਵੱਡੇ ਨਾਂ ਪੱਖੀ ਪ੍ਰਭਾਵ ਪਾ ਰੱਖੇ ਹੋਏ ਸਨ। ਪੜ੍ਹੇ ਲਿਖੇ ਜਾਂ ਪੜ੍ਹ ਲਿਖ ਰਹੇ ਪੇਂਡੂ ਸਿੱਖ ਨੌਜਵਾਨਾਂ ਦੇ ਵੱਡੇ ਹਿੱਸਿਆਂ ਨੂੰ ਕਮਿਊਨਿਸਟ ਵਿਚਾਰਧਾਰਾ ਦਾ ਮੂੰਹ ਜ਼ੋਰ ਤਾਪ ਚੜ੍ਹਿਆ ਹੋਇਆ ਸੀ ਅਤੇ ਉਹ ਪਿੰਡਾਂ ਤੇ ਵਿਦਿਅਕ ਸੰਸਥਾਵਾਂ ਅੰਦਰ ਕਿਤੇ ਵੀ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪੈਰ ਨਹੀਂ ਸਨ ਲੱਗਣ ਦੇ ਰਹੇ। ਅਸਲ ਵਿੱਚ ਉਸ ਵੇਲੇ ਦੀ ਬਾਹਰ ਮੁਖੀ ਹਕੀਕਤ ਇਹ ਸੀ ਕਿ ਸਿੱਖ ਗਰਮ ਖਿਆਲੀ ਰੈਡੀਕਲ ਧਾਰਾ ਦੇ ਵਿਕਾਸ ਨੂੰ ਦੋ ਮਜ਼ਬੂਤ ਨੱਕਿਆਂ ਨੇ ਬਰਾਬਰ ਬੰਨ ਮਾਰ ਕੇ ਡੱਕ ਰੱਖਿਆ ਹੋਇਆ ਸੀ। ਇੱਕ ਬੰਨੇ ਰਵਾਇਤੀ ਅਕਾਲੀ ਰਾਜਨੀਤੀ ਦਾ ਜਮੂਦ ਸੀ ਜੋ ਆਪਣੀ ਸਾਰੀ ਦੁਰਬਲਤਾ ਦੇ ਬਾਵਜੂਦ ਹਾਲੇ ਟੁੱਟਣ ਦਾ ਨਾਂ ਨਹੀਂ ਸੀ ਲੈ ਰਿਹਾ। ਦੂਜੇ ਬੰਨੇ ਕਮਿਊਨਿਸਟ ਲਹਿਰ ਦਾ ਜ਼ੋਰਾਵਰ ਵਹਿਣ ਸੀ ਜਿਸ ਨੇ ਸਿੱਖ ਸਮਾਜ ਦੇ ਚਿੰਤਨਸ਼ੀਲ ਹਿੱਸਿਆਂ ਤੇ ਅੱਲੜ ਜਵਾਨਾਂ ਨੂੰ ਬੁਰੀ ਤਰ੍ਹਾਂ ਕੀਲ ਰੱਖਿਆ ਹੋਇਆ ਸੀ। ਜੇ ਇਹ ਗੱਲ ਮੰਨ ਲਈ ਜਾਵੇ ਕਿ ਕਿਸੇ ਵੀ ਵਿਚਾਰਧਾਰਾ ਨੂੰ ਪਰਨਾਏ ਕਾਰਕੁਨਾਂ ਦੇ ਸਦਕ ਤੇ ਨਿਸ਼ਚੇ ਦੀ ਅਸਲੀ ਅਜਮਾਇਸ਼ ਸੁਹਾਵਣੇ ਵੇਲਿਆਂ ਯਾਨੀ ਕਿ ਚੜ੍ਹਤ ਦੇ ਮੌਕਿਆਂ ਵਿੱਚ ਨਹੀਂ ਸਗੋਂ ਨਾ ਖੁਸ਼ਗਵਾਰ ਮੌਸਮਾਂ ਵਿੱਚ ਹੋਇਆ ਕਰਦੀ ਹੈ, ਤਾਂ 60ਵਿਆਂ ਤੇ 70ਵਿਆਂ ਦੇ ਉਲਟੇ ਰੁਖ ਵਗ ਰਹੇ ਤੇਜ਼ ਤੂਫਾਨ ਵਿੱਚ ਸਿੱਖ ਗਰਮ ਖਿਆਲੀ ਵਿਚਾਰਧਾਰਾ ਦੇ ਝੰਡੇ ਨੂੰ ਬੁਲੰਦ ਕਰਨ ਦੇ ਯਤਨਾਂ ਵਿੱਚ ਤਿਲ-ਤਿਲ ਜੂਝ ਰਹੇ ਮੁੱਠੀ ਭਰ ਸਿੱਖ ਨੌਜਵਾਨਾਂ ਦੀ ਨਿਸ਼ਚਾ ਤੇ ਪ੍ਰਤੀਬੱਧਤਾ ਦੀ ਸ਼ਲਾਘਾ ਕਰਨੀ ਬਣਦੀ ਹੈ। ਨਾਲ ਹੀ ਇਹਨਾਂ ਵੇਗ ਮੱਤੇ ਨੌਜਵਾਨਾਂ ਨੂੰ ਨਿਰੰਤਰ ਸਿਧਾਂਤਕ ਸੇਧ ਤੇ ਪ੍ਰੇਰਨਾ ਦਿੰਦੇ ਰਹਿਣ ਬਦਲੇ ਸਰਦਾਰ ਕਪੂਰ ਸਿੰਘ ਦੀ ਇਤਿਹਾਸਕ ਦੇਣ ਦਾ ਵੀ ਯੋਗ ਮੁੱਲ ਪਾਉਣਾ ਬਣਦਾ ਹੈ, ਕਿਉਂਕਿ ਅਜਿਹੇ ਉਤਸ਼ਾਹ ਤੇ ਪ੍ਰੇਰਨਾ ਦੀ ਗੈਰ ਮੌਜੂਦਗੀ ਵਿੱਚ ਇਹਨਾਂ ਨੌਜਵਾਨਾਂ ਲਈ ਦੁਸ਼ਵਾਰੀਆਂ ਦੀ ਪੰਡ ਕਿਤੇ ਬੋਝਲ ਹੋ ਜਾਣੀ ਸੀ। ਬਾਅਦ ਵਿੱਚ ਜਾ ਕੇ ਜਿਨ੍ਹਾਂ ਉਂਗਲਾਂ ਤੇ ਗਿਣਨ ਜੋਗੇ ਗਰਮ ਖਿਆਲੀ ਨੌਜਵਾਨਾਂ ਨੇ ਦਲ ਖਾਲਸਾ ਦੀ ਸਥਾਪਨਾ ਕੀਤੀ, ਉਹਨਾਂ ਚੋਂ ਬਹੁਤੇ ਇਹਨਾਂ ਕਠਿਨ ਹਾਲਤਾਂ ਵਿੱਚ ਹੀ ਪ੍ਰਵਾਨ ਚੜ੍ਹੇ ਸਨ। 80ਵਿਆਂ ਤੱਕ ਜਾ ਕੇ ਬਾਹਰ ਮੁਖੀ ਹਾਲਤਾਂ ਤੇਜ਼ੀ ਨਾਲ ਤਿੱਖੀ ਕਰਵਟ ਲੈ ਤੁਰੀਆਂ। ਸਭ ਤੋਂ ਅਹਿਮ ਗੱਲ ਇਹ ਸੀ ਕਿ ਸਿੱਖ ਗਰਮ ਖਿਆਲੀ ਧਾਰਾ ਦੇ ਵਹਿਣ ਨੂੰ ਬੰਨ ਮਾਰ ਰਹੇ ਦੋਨੋਂ ਹੀ ਨੱਕੇ ਇੱਕੋ ਵੇਲੇ ਤੇਜ਼ੀ ਨਾਲ ਖੁਰਨੇ ਸ਼ੁਰੂ ਹੋ ਗਏ। ਸੰਸਾਰ ਪੱਧਰ ਤੇ ਹੀ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਤੇ ਤਬਦੀਲੀਆਂ ਵਾਪਰ ਗਈਆਂ ਜਿਨ੍ਹਾਂ ਕਰਕੇ ਕਮਿਊਨਿਸਟ ਲਹਿਰ ਦੀ ਲਗਭਗ ਇੱਕ ਸਦੀ ਤੋਂ ਚੜ੍ਹੀ ਹੋਈ ਛੱਲ ਯਕਦਮ ਤੇਜ਼ੀ ਨਾਲ ਲੱਥਣੀ ਸ਼ੁਰੂ ਹੋ ਗਈ। ਸੋਵੀਅਤ ਯੂਨੀਅਨ ਦੇ ਅਸਲੀ ਖਿੰਡਾਅ ਤੋਂ ਪਹਿਲਾਂ ਹੀ ਸੰਸਾਰ ਪੱਧਰ ਤੇ ਮਾਰਕਸਵਾਦੀ ਵਿਚਾਰਧਾਰਾ ਦਾ ਸੰਕਟ ਤੇ ਕਮਿਊਨਿਸਟ ਲਹਿਰ ਦਾ ਨਿਗਾਰ ਵਿਕਸਿਤ ਪੜਾਅ ਤੇ ਪਹੁੰਚ ਚੁੱਕਾ ਸੀ। ਇਸ ਦੇ ਸਿੱਟੇ ਵਜੋਂ 70ਵਿਆਂ ਦੇ ਅਖੀਰ ਤੱਕ ਜਾ ਕੇ ਪੰਜਾਬ ਅੰਦਰ ਕਮਿਊਨਿਸਟ ਲਹਿਰ ਦਾ ਤਪ ਤੇਜ ਪੂਰੀ ਤਰ੍ਹਾਂ ਢਿੱਲਾ ਪੈ ਗਿਆ ਸੀ ਅਤੇ ਨਾ ਸਿਰਫ ਇਸ ਅੰਦਰ ਨਵੇਂ ਤੱਤਾਂ ਨੂੰ ਆਪਣੇ ਵੱਲ ਖਿੱਚਣ ਦੀ ਸ਼ਕਤੀ ਨਹੀਂ ਸੀ ਰਹਿ ਗਈ, ਸਗੋਂ ਪਹਿਲੇ ਆਧਾਰ ਨੂੰ ਸਲਾਮਤ ਰੱਖ ਸਕਣ ਦੀ ਸਮਰੱਥਾ ਵੀ ਜਾਂਦੀ ਰਹੀ ਸੀ। ਇਸ ਤਰ੍ਹਾਂ ਸਿੱਖ ਸੰਘਰਸ਼ ਦੇ ਰਾਹ ਦਾ ਇੱਕ ਵੱਡਾ ਵਿਚਾਰਧਾਰਕ ਤੇ ਅਮਲੀ ਵਿਰੋਧ ਅੜਿੱਕਾ ਦੂਰ ਹੋ ਜਾਣ ਨਾਲ ਸਿੱਖ ਗਰਮ ਖਿਆਲੀ ਧਾਰਾ ਦੇ ਵਿਕਾਸ ਲਈ ਅਨੁਕੂਲ ਹਾਲਤ ਪੈਦਾ ਹੋ ਗਈ। ਇਸ ਦੇ ਨਾਲ ਹੀ ਇਸੇ ਸਮੇਂ ਦੌਰਾਨ ਰਵਾਇਤੀ ਅਕਾਲੀ ਰਾਜਨੀਤੀ ਦਾ ਸੰਕਟ ਵੀ ਲਗਾਤਾਰ ਗਹਿਰਾਉਂਦਾ ਚਲਾ ਗਿਆ। 1947 ਤੋਂ ਲੈ ਕੇ ਹੀ ਅਕਾਲੀ ਰਾਜਨੀਤੀ ਦੀ ਹੋਣੀ ਦੀ ਡੋਰ ਵੱਧ ਭਾਰਤ ਦੇ ਹਿੰਦੂ ਹੁਕਮਰਾਨਾਂ ਦੇ ਹੱਥਾਂ ਵਿੱਚ ਰਹੀ ਹੈ। ਸਿੱਖਾਂ ਦੇ ਸ਼ਿਕਵਿਆਂ ਮੰਗਾਂ ਤੇ ਮਸਲਿਆਂ ਪ੍ਰਤੀ ਉਹਨਾਂ ਦਾ ਰੁਖ ਅਕਾਲੀ ਲੀਡਰਸ਼ਿਪ ਦੇ ਰਾਜਸੀ ਨਸੀਬਾਂ ਉੱਤੇ ਸਿੱਧਾ ਅਸਰ ਛੱਡਦਾ ਰਿਹਾ ਹੈ। 70ਵਿਆਂ ਦੇ ਅੰਤ ਤੱਕ ਆਮ ਰੂਪ ਵਿੱਚ ਹਾਲਤ ਇਹ ਬਣੀ ਰਹੀ ਕਿ ਹਿੰਦੂ ਹੁਕਮਰਾਨਾਂ ਦਾ ਸਿੱਖ ਦੋਖੀ ਵਿਹਾਰ ਅਕਾਲੀ ਲੀਡਰਸ਼ਿਪ ਲਈ ਦੁਸ਼ਵਾਰੀਆਂ ਵੀ ਪੈਦਾ ਕਰਦਾ ਰਿਹਾ, ਪਰ ਨਾਲ ਹੀ ਲਾਹੇਵੰਦਾ ਵੀ ਸਾਬਤ ਹੁੰਦਾ ਰਿਹਾ।
इस विहार सदका सिख कौम अंदर पैदा होने वाली बेचैनी अकाली लीडरशिप नूं राजनीतिक खुराक बन के लगदी रही, पर नाल ही सिख कौम दीआं मंगां ते मसलिਆਂ प्रति केंद्री हाकमां दा करड़ा ना पक्षी रुख कई वार अकाली लीडरशिप लई राजसी औकड़ां भी पैदा करदा रहा। जद किसी वर्ग नाल लगातार ते लंबे चिर लई बेइंसाफी ते धक्केशाही वरतदी रहे अते उसदे हक्की उलामिਆਂ ते वाजिब मंगां प्रति लगातार नकारी रवैया धारण किया जांदा रहे तां एक पड़ाਅ ते जाके उसदी औख ते बेचैनी प्रवानित मर्यादा दीआं हद्दां नूं उलंघण दी रुचि ते दिशा अख्तियार कर जांदी है। इस नाल हाकम धिर लई तां जो औकड़ां पैदा हुंदियां हन सो हुंदियां हन, नाल ही महकूम धिर दी नरम ख्याली राजसी लीडरशिप लई भी गंभीर परेशानियां खड़ियां होण लगदियां हन। पंजाबी सूबे दे लंबे संघर्ष दौरान ते उस तो बाद पंजाब नाल होए अन्याय ते धक्के नूं दूर कराउण लई ਚੱਲੀ ਲਮਕਵੀਂ जद्दोजहद ਦੇ ਅਮਲ ਦੌਰਾਨ ਅਕਾਲੀ ਲੀਡਰਸ਼ਿਪ ਸਾਹਮਣੇ ਕਈ ਮੌਕਿਆਂ ਤੇ ਅਜਿਹੀਆਂ ਸੰਕਟਮਈ ਸਥਿਤੀਆਂ ਪੈਦਾ ਹੋਈਆਂ, ਪਰ ਉਸ ਵੇਲੇ ਸਮੁੱਚਾ ਮਾਹੌਲ ਤੇ ਪ੍ਰਸੰਗ ਕੁਝ ਅਜਿਹਾ ਸੀ ਕਿ ਅਕਾਲੀ ਲੀਡਰਸ਼ਿਪ ਹਰ ਵਾਰ ਮੌਕੇ ਨੂੰ ਬੋਚਣ ਵਿੱਚ ਸਫਲ ਹੋ ਜਾਂਦੀ ਰਹੀ। ਅਕਾਲੀ ਲੀਡਰਸ਼ਿਪ ਲਈ ਵੱਧ ਦੁਸ਼ਵਾਰੀਆਂ ਉਦੋਂ ਖੜੀਆਂ ਹੋਈਆਂ ਜਦ 1977 ਵਿੱਚ ਅਕਾਲੀ ਦਲ ਨੂੰ ਇਤਿਹਾਸ ਅੰਦਰ ਪਹਿਲੀ ਵਾਰ ਵਿਧਾਨ ਸਭਾ ਅੰਦਰ ਆਪਣੀ ਨਿਰੋਲ ਬਹੁਗਿਣਤੀ ਨਸੀਬ ਹੋ ਗਈ ਅਤੇ ਕੇਂਦਰ ਵਿੱਚ ਵੀ ਕਾਂਗਰਸੀ ਹਾਕਮਾਂ ਦੀ ਜਗ੍ਹਾ ਅਕਾਲੀ ਦਲ ਦੀਆਂ ਸੰਘੀ ਤਾਕਤਾਂ ਦੀ ਹਕੂਮਤ ਕਾਇਮ ਹੋ ਗਈ। ਇਸ ਨੂੰ ਅਕਾਲੀ ਲੀਡਰਸ਼ਿਪ ਦੇ ਮਾੜੇ ਨਸੀਬ ਹੀ ਸਮਝਿਆ ਜਾਣਾ ਚਾਹੀਦਾ ਹੈ ਕਿ ਬੜੀ ਮੁਸ਼ਕਲ ਤੇ ਮੁੱਦਤ ਤੋਂ ਬਾਅਦ ਜੁੜਿਆ ਇਹ ਸੰਜੋਗੀ ਮੌਕਾ ਉਸ ਲਈ ਵਰ ਨਾਲੋਂ ਵੱਧ ਸਰਾਪ ਹੋ ਗੁਜ਼ਰਿਆ। ਨਵੇਂ ਕੇਂਦਰੀ ਹਾਕਮਾਂ ਵੱਲੋਂ ਵੀ ਸਿੱਖਾਂ ਦੀਆਂ ਮੰਗਾਂ ਪ੍ਰਤੀ ਕਰੜਾ ਨਾ ਪੱਖੀ ਰੁਖ ਅਖਤਿਆਰ ਕਰ ਲੈਣਾ ਕੋਈ ਹੈਰਾਨੀ ਵਾਲੀ ਗੱਲ ਨਹੀਂ ਸੀ। ਨਵੀਂ ਗੱਲ ਇਹ ਸੀ ਕਿ ਇਸ ਵਾਰ ਅਕਾਲੀ ਆਗੂਆਂ ਕੋਲ ਕੇਂਦਰੀ ਹਾਕਮਾਂ ਤੋਂ ਆਪਣੀਆਂ ਮੰਗਾਂ ਨਾ ਮਨਵਾ ਸਕਣ ਦਾ ਬਹਾਨਾ ਕੋਈ ਨਹੀਂ ਸੀ। ਇਸ ਕਰਕੇ ਸਿੱਖ ਕੌਮ ਦੇ ਤਕੜੇ ਹਿੱਸਿਆਂ ਨੇ ਅਕਾਲੀ ਲੀਡਰਸ਼ਿਪ ਦੀ ਇਸ ਨਾਕਾਮੀ ਨੂੰ ਉਸ ਦੀ ਨਲਾਇਕੀ ਵਜੋਂ ਦੇਖਣਾ ਸ਼ੁਰੂ ਕਰ ਦਿੱਤਾ। ਜਨਤਾ ਸਰਕਾਰ ਦੇ ਇਸ ਨਾਪੱਖੀ ਤਜਰਬੇ ਦਾ ਅਕਾਲੀ ਲੀਡਰਸ਼ਿਪ ਨੂੰ ਵੱਡਾ ਰਾਜਨੀਤਿਕ ਨੁਕਸਾਨ ਇਹ ਹੋਇਆ ਕਿ ਜਦ ਇੰਦਰਾ ਗਾਂਧੀ ਨੇ 1980 ਵਿੱਚ ਸੱਤਾ ਵਿੱਚ ਵਾਪਸ ਆਉਂਦਿਆਂ ਹੀ ਅਕਾਲੀ ਸਰਕਾਰ ਬਰਖਾਸਤ ਕਰ ਦਿੱਤੀ ਤਾਂ ਇਹ ਅਨੋਖੀ ਗੱਲ ਦੇਖਣ ਵਿੱਚ ਆਈ ਕਿ ਜਿੱਥੇ ਆਮ ਤੋਂ ਆਮ ਸਿੱਖ ਜਨਤਾ ਨੇ ਵੀ ਇਸ ਨੂੰ ਕਾਂਗਰਸੀ ਹਾਕਮਾਂ ਦੀ ਸਿੱਖ ਕੌਮ ਨਾਲ ਇੱਕ ਹੋਰ ਰੜਕਵੀਂ ਵਧੀਕੀ ਵਜੋਂ ਲਿਆ, ਉੱਥੇ ਇਸ ਨਾਲ ਆਮ ਸਿੱਖ ਜਨਤਾ ਅੰਦਰ ਅਕਾਲੀ ਲੀਡਰਸ਼ਿਪ ਪ੍ਰਤੀ ਹਮਦਰਦੀ ਦੀ ਉਹ ਭਾਵਨਾ ਤੇ ਲਹਿਰ ਪੈਦਾ ਨਹੀਂ ਹੋਈ ਜੋ ਪਹਿਲੇ ਦੋ ਮੌਕਿਆਂ 1967 ਤੇ 1971 ਤੇ ਦੇਖੀ ਗਈ ਸੀ। ਇਸੇ ਤਰ੍ਹਾਂ 1980 ਤੋਂ ਬਾਅਦ ਇੰਦਰਾ ਗਾਂਧੀ ਦੁਆਰਾ ਸਿੱਖ ਕੌਮ ਪ੍ਰਤੀ ਧਾਰਨ ਕੀਤੇ ਦੁਸ਼ਮਣਖੋਰ ਰਵੱਈਏ ਦਾ ਅਕਾਲੀ ਲੀਡਰਸ਼ਿਪ ਨੂੰ ਪਹਿਲਿਆਂ ਦੇ ਮੁਕਾਬਲੇ ਰਾਜਨੀਤਿਕ ਲਾਭ ਬਹੁਤ ਹੀ ਘੱਟ ਤੇ ਨੁਕਸਾਨ ਪੁੱਜ ਕੇ ਹੋਇਆ। ਉਸ ਦੇ ਹਿੱਸੇ ਦਾ ਸਾਰਾ ਲਾਭ ਦੂਣ ਸਵਾਇਆ ਹੋ ਕੇ ਗਰਮ ਖਿਆਲੀ ਧਾਰਾ ਦੇ ਖਾਤੇ 'ਚ ਜਮ੍ਹਾਂ ਹੁੰਦਾ ਗਿਆ। ਇਹ ਹਾਲਤ ਰਵਾਇਤੀ ਅਕਾਲੀ ਰਾਜਨੀਤੀ ਦੇ ਗੰਭੀਰ ਸੰਕਟ ਦੀ ਦੱਸ ਪਾਉਂਦੀ ਸੀ। ਇਸ ਤੋਂ ਇਹ ਰਾਜਸੀ ਨਿਰਣਾ ਕੱਢਣਾ ਕੋਈ ਔਖਾ ਨਹੀਂ ਸੀ ਰਿਹਾ ਕਿ ਰਵਾਇਤੀ ਅਕਾਲੀ ਰਾਜਨੀਤੀ ਤੇਜ਼ੀ ਨਾਲ ਦਮੋਂ ਨਿਕਲਦੀ ਜਾ ਰਹੀ ਸੀ ਅਤੇ ਇਸ ਦੇ ਸੁਭਾਵਿਕ ਨਤੀਜੇ ਵਜੋਂ ਗਰਮ ਖਿਆਲੀ ਧਾਰਾ ਦੇ ਵਿਕਾਸ ਦੇ ਰਾਹ ਖੁੱਲ੍ਹੀ ਜਾ ਰਹੇ ਸਨ। 70ਵਿਆਂ ਦੇ ਅਖੀਰ ਤੇ 80ਵਿਆਂ ਦੇ ਸ਼ੁਰੂ ਵਿੱਚ ਸਿੱਖ ਪੰਥ ਅੰਦਰ ਗਰਮ ਖਿਆਲੀ ਰਾਜਨੀਤਿਕ ਫਰੰਟ ਉੱਤੇ ਤਿੱਖੀ ਸਿਧਾਂਤਕ ਤੇ ਅਮਲੀ ਸਰਗਰਮੀ ਸ਼ੁਰੂ ਹੋ ਗਈ। ਨਵੇਂ ਗਰਮ ਖਿਆਲੀ ਮੰਚ ਤੇ ਸੰਗਠਨ ਹੋਂਦ ਵਿੱਚ ਆਉਣ ਲੱਗੇ ਅਤੇ ਵਿਚਾਰ ਸੰਮੇਲਨਾਂ, ਕਨਵੈਨਸ਼ਨਾਂ ਤੇ ਕਾਨਫਰੰਸਾਂ ਦੇ ਜ਼ਰੀਏ ਰਵਾਇਤ ਨਾਲੋਂ ਹਟਵੀਆਂ ਤਿੱਖੀਆਂ ਸਿਧਾਂਤਕ ਪੋਜੀਸ਼ਨਾਂ ਦੇ ਖੁੱਲ੍ਹੇ ਐਲਾਨ ਹੋਣ ਲੱਗ ਪਏ। ਅਕਾਲੀ ਵਿਚਾਰਧਾਰਾ ਨੂੰ ਖੁੱਲ੍ਹੀ ਚੁਣੌਤੀ। 6 ਅਗਸਤ 1978 ਨੂੰ ਕੁਝ ਗਰਮ ਖਿਆਲੀ ਸਿੱਖ ਨੌਜਵਾਨਾਂ ਨੇ ਚੰਡੀਗੜ੍ਹ ਦੇ ਇੱਕ ਗੁਰਦੁਆਰੇ ਅਕਾਲਗੜ੍ਹ ਅੰਦਰ ਭਰਵੀਂ ਮੀਟਿੰਗ ਕਰਕੇ ਦਲ ਖਾਲਸਾ ਨਾਂ ਦੀ ਇੱਕ ਜੁਝਾਰੂ ਜਥੇਬੰਦੀ ਕਾਇਮ ਕਰਨ ਦਾ ਫੈਸਲਾ ਕਰ ਲਿਆ। 13 ਅਗਸਤ ਨੂੰ ਚੰਡੀਗੜ੍ਹ ਦੇ ਅਰੋਮਾ ਹੋਟਲ ਵਿਖੇ ਇੱਕ ਪ੍ਰੈਸ ਕਾਨਫਰੰਸ ਅੰਦਰ ਇਸ ਜਥੇਬੰਦੀ ਦੀ ਸਥਾਪਨਾ ਦਾ ਬਕਾਇਦਾ ਐਲਾਨ ਕਰ ਦਿੱਤਾ ਗਿਆ। ਇਸ ਸੰਗਠਨ ਨੇ ਅਕਾਲੀ ਲੀਡਰਸ਼ਿਪ ਦੀ ਨਰਮ ਖਿਆਲੀ ਵਿਚਾਰਧਾਰਾ ਤੇ ਰਾਜਨੀਤੀ ਦੀ ਤਿੱਖੀ ਸਿਧਾਂਤਕ ਪੜਚੋਲ ਕਰਦਿਆਂ ਹੋਇਆਂ ਆਪਣੀ ਗਰਮ ਖਿਆਲੀ ਵਿਚਾਰਧਾਰਾ ਦਾ ਜ਼ੋਰ ਸ਼ੋਰ ਨਾਲ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਇਸੇ ਲੜੀ ਵਿੱਚ ਹੋਰ ਵਾਧਾ ਕਰਦਿਆਂ ਹੋਇਆਂ ਡਾਕਟਰ ਜਗਜੀਤ ਸਿੰਘ ਚੌਹਾਨ ਨੇ 1980 ਵਿੱਚ ਵਿਸਾਖੀ ਦੇ ਪੁਰਬ ਤੇ ਅਨੰਦਪੁਰ ਸਾਹਿਬ ਵਿਖੇ ਇੱਕ ਨਾਮ ਤਰੀਕ ਕਨਵੈਨਸ਼ਨ ਕਰਕੇ ਨੈਸ਼ਨਲ ਕੌਂਸਲ ਆਫ ਖਾਲਿਸਤਾਨ ਨਾਂ ਦੀ ਸੰਸਥਾ ਦਾ ਐਲਾਨ ਕਰ ਦਿੱਤਾ। ਉਸਨੇ ਆਪਣੇ ਆਪ ਨੂੰ ਇੱਕ ਕੌਂਸਲ ਦਾ ਪ੍ਰਧਾਨ ਥਾਪ ਲਿਆ ਤੇ ਬਲਬੀਰ ਸਿੰਘ ਸੰਧੂ ਨੂੰ ਸਕੱਤਰ ਜਨਰਲ ਕਰਾਰ ਦੇ ਦਿੱਤਾ।
2 ਕੁ ਮਹੀਨਿਆਂ ਬਾਅਦ ਡਾਕਟਰ ਜਗਜੀਤ ਸਿੰਘ ਨੇ ਲੰਡਨ ਤੋਂ ਖਾਲਿਸਤਾਨ ਗਣਰਾਜ ਦੀ ਸਥਾਪਨਾ ਦਾ ਐਲਾਨ ਕਰ ਦਿੱਤਾ ਅਤੇ ਬਲਬੀਰ ਸਿੰਘ ਸੰਧੂ ਨੇ ਦਰਬਾਰ ਸਾਹਿਬ ਤੋਂ ਪ੍ਰਤੀਕ ਰੂਪ ਵਿੱਚ ਖਾਲਿਸਤਾਨ ਦਾ ਕੌਮੀ ਝੰਡਾ, ਸਿੱਕਾ ਤੇ ਡਾਕ ਟਿਕਟਾਂ ਆਦਿ ਜਾਰੀ ਕਰ ਦਿੱਤੀਆਂ। ਬੇਸ਼ੱਕ ਡਾਕਟਰ ਚੌਹਾਨ ਦੀ ਇਸ ਕਾਰਵਾਈ ਅੰਦਰ ਸ਼ੋਸ਼ੇਬਾਜ਼ੀ ਦਾ ਅੰਸ਼ ਭਾਰੂ ਸੀ ਅਤੇ ਉਹ ਇੰਗਲੈਂਡ ਵਿਖੇ ਆਪਣੇ ਪ੍ਰਵਾਸ ਦੌਰਾਨ ਲਗਭਗ 1 ਦਹਾਕੇ ਤੋਂ ਲਗਾਤਾਰ ਅਜਿਹੀਆਂ ਕਾਰਵਾਈਆਂ ਕਰਦਾ ਆ ਰਿਹਾ ਸੀ, ਪਰ ਜੋ ਪਹਿਲਾਂ ਨਿਰੋਲ ਸ਼ੋਸ਼ੇਬਾਜ਼ੀ ਸੀ ਉਹ ਨਵੇਂ ਵਿਗਸ ਉੱਭਰ ਰਹੇ ਮਾਹੌਲ ਵਿੱਚ ਖਾਲਿਸਤਾਨ ਦੇ ਸੰਕਲਪ ਦਾ ਪ੍ਰਚਾਰ ਪ੍ਰਸਾਰ ਕਰਨ ਦੀ ਦ੍ਰਿਸ਼ਟੀ ਤੋਂ ਸ਼ੋਸ਼ੇਬਾਜ਼ੀ ਨਾਲੋਂ ਥੋੜੇ ਵੱਖਰੇ ਤੇ ਸੰਜੀਦਾ ਅਰਥ ਗ੍ਰਹਿਣ ਕਰ ਗਈ ਸੀ। ਇਸੇ ਤਰ੍ਹਾਂ 14-15 ਮਾਰਚ 1981 ਨੂੰ ਚੀਫ ਖਾਲਸਾ ਦੀਵਾਨ ਦੀ ਚੰਡੀਗੜ੍ਹ ਵਿਖੇ ਹੋਈ 54ਵੀਂ ਸਿੱਖ ਵਿਦਿਅਕ ਕਾਨਫਰੰਸ ਅੰਦਰ ਅਮਰੀਕਾ ਤੋਂ ਪਧਾਰੇ ਡਾਕਟਰ ਗੰਗਾ ਸਿੰਘ ਢਿੱਲੋਂ ਨੇ ਆਪਣੇ ਪ੍ਰਧਾਨਗੀ ਭਾਸ਼ਣ ਅੰਦਰ ਵੱਖਰੀ ਸਿੱਖ ਕੌਮ ਦੀ ਧਾਰਨਾ ਦੀ ਜ਼ੋਰਦਾਰ ਵਜ਼ਾਹਤ ਕਰਦਿਆਂ ਹੋਇਆਂ ਸਿੱਖਾਂ ਦੇ ਕੇਸ ਨੂੰ ਕੌਮਾਂਤਰੀ ਪੱਧਰ ਤੇ ਲਿਜਾਣ ਲਈ ਸਿੱਖਾਂ ਸਾਹਮਣੇ ਫਲਸਤੀਨ ਮੁਕਤੀ ਸੰਗਠਨ PLO ਵਾਂਗ UNO ਦੀ ਸਹਿਯੋਗੀ ਮੈਂਬਰਸ਼ਿਪ ਹਾਸਲ ਕਰਨ ਦੀ ਤਜਵੀਜ਼ ਪੇਸ਼ ਕੀਤੀ। ਹਾਜ਼ਰ ਸਰੋਤਿਆਂ ਨੂੰ ਇਹ ਤਜਵੀਜ਼ ਇੰਨੀ ਭਾਈ ਕਿ ਉਹਨਾਂ ਇਸ ਦਾ ਜੋਸ਼ੀਲੇ ਜਕਾਰਿਆਂ ਨਾਲ ਸਵਾਗਤ ਕੀਤਾ। ਮੌਕੇ ਤੇ ਹਾਜ਼ਰ ਗਰਮ ਮਿਜਾਜ ਸਿੱਖ ਨੌਜਵਾਨਾਂ ਨੇ ਉਤੇਜਨਾ ਵਿੱਚ ਆ ਕੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਇਸ ਤੋਂ ਪਹਿਲਾਂ ਸਿੱਖ ਜਨਤਾ ਵੱਲੋਂ ਜਾਂ ਤਾਂ ਅਜਿਹੇ ਨਾਅਰਿਆਂ ਨੂੰ ਅਣਗੌਲਿਆਂ ਕਰ ਦਿੱਤਾ ਜਾਂਦਾ ਸੀ ਜਾਂ ਕਈ ਵਾਰ ਨਾਪਸੰਦ ਵੀ ਕੀਤਾ ਜਾਂਦਾ ਸੀ, ਪਰ ਹੁਣ ਸਿੱਖ ਜਨਤਾ ਦੇ ਰੌਂ ਅੰਦਰ ਆਈ ਤਬਦੀਲੀ ਪ੍ਰਤੱਖ ਪਛਾਣੀ ਜਾ ਸਕਦੀ ਸੀ। ਹੁਣ ਖਾਲਿਸਤਾਨ ਦਾ ਨਾਅਰਾ ਸਿੱਖ ਜਨਤਾ ਲਈ ਉਹਨਾਂ ਓਪਰਾ ਤੇ ਗੈਰ ਨਹੀਂ ਸੀ ਰਿਹਾ। ਪੰਜਾਬ ਸਰਕਾਰ ਦੇ ਸਿਹਤ ਮਹਿਕਮੇ ਦੇ ਡਾਇਰੈਕਟਰ ਦੀ ਪਦਵੀ ਤੋਂ ਸੇਵਾ ਮੁਕਤ ਹੋਏ ਡਾਕਟਰ ਸੋਹਣ ਸਿੰਘ ਨੇ ਚੰਡੀਗੜ੍ਹ ਕਾਨਫਰੰਸ ਅੰਦਰ ਖਾਲਿਸਤਾਨ ਦੇ ਵਿਚਾਰ ਦੀ ਖੁੱਲ੍ਹ ਕੇ ਵਜ਼ਾਹਤ ਕੀਤੀ ਅਤੇ ਮੌਕੇ ਤੇ ਹਾਜ਼ਰ ਵਿਅਕਤੀਆਂ ਚੋਂ ਕਿਸੇ ਨੇ ਵੀ ਇਸ ਦਾ ਸੱਦਾ ਵਿਰੋਧ ਕਰਨ ਦਾ ਹੀਆ ਨਹੀਂ ਕੀਤਾ। ਕਾਨਫਰੰਸ ਨੇ ਸਿੱਖਾਂ ਨੂੰ ਇੱਕ ਵੱਖਰੀ ਕੌਮ ਕਰਾਰ ਦੇਣ ਅਤੇ ਇਸ ਆਧਾਰ ਤੇ ਉਹਨਾਂ ਲਈ UNO ਦੀ ਸਹਿਯੋਗੀ ਮੈਂਬਰਸ਼ਿਪ ਦੀ ਮੰਗ ਕਰਨ ਬਾਰੇ ਸਰਬਸੰਮਤੀ ਨਾਲ ਮਤਾ ਪਾਸ ਕਰ ਦਿੱਤਾ। ਡਾਕਟਰ ਜਗਜੀਤ ਸਿੰਘ ਚੌਹਾਨ ਵੱਲੋਂ ਖਾਲਿਸਤਾਨ ਦੀ ਸਥਾਪਨਾ ਦਾ ਐਲਾਨ ਕਰਨ ਉੱਤੇ ਹਿੰਦੂ ਪ੍ਰੈਸ ਨੇ ਜ਼ਰੂਰ ਆਪਣੀ ਆਦਤ ਮੁਤਾਬਕ ਤਿੱਖਾ ਚੀਕ ਚਿਹਾੜਾ ਪਾਇਆ, ਪਰ ਸਰਕਾਰੀ ਹਲਕਿਆਂ ਨੇ ਇਸ ਐਲਾਨ ਨੂੰ ਬਹੁਤਾ ਨਹੀਂ ਸੀ ਗੌਲਿਆ। ਪਰੰਤੂ ਚੀਫ ਖਾਲਸਾ ਦੀਵਾਨ ਵਰਗੀ 1 ਸਦੀ ਤੋਂ ਵੀ ਵੱਧ ਪੁਰਾਣੀ ਤੇ ਪਤਵੰਤੀ ਸਿੱਖ ਸੰਸਥਾ ਦੇ ਇਸ ਮਤੇ ਨੂੰ ਅਣਗੌਲਿਆ ਨਹੀਂ ਸੀ ਕੀਤਾ ਜਾ ਸਕਦਾ। ਆਜ਼ਾਦ ਭਾਰਤ ਅੰਦਰ ਕਿਸੇ ਜ਼ਿੰਮੇਵਾਰ ਤੇ ਬਾਵਕਾਰ ਸਿੱਖ ਸੰਸਥਾ ਵੱਲੋਂ ਅਜਿਹਾ ਮਤਾ ਪਾਸ ਕਰਨ ਦੀ ਇਹ ਪਹਿਲੀ ਘਟਨਾ ਸੀ। ਇਸ ਕਰਕੇ ਦੇਸ਼ ਭਰ ਦੀਆਂ ਹਿੰਦੂ ਤਾਕਤਾਂ ਤੇ ਸਰਕਾਰੀ ਹਲਕਿਆਂ ਨੇ ਇਸ ਉੱਤੇ ਤਿੱਖਾ ਪ੍ਰਤੀਕਰਮ ਪ੍ਰਗਟਾਇਆ। ਇਸ ਨੂੰ ਪਾਕਿਸਤਾਨ ਦੇ ਹਾਕਮਾਂ ਦੀ ਸ਼ਹਿ ਉੱਤੇ ਦੇਸ਼ ਨੂੰ ਟੁਕੜੇ-ਟੁਕੜੇ ਕਰਨ ਦੀ ਭਾਰਤ ਵਿਰੋਧੀ ਸਾਜ਼ਿਸ਼ ਵਜੋਂ ਪੇਸ਼ ਕੀਤਾ ਜਾਣ ਲੱਗਾ। ਦੇਸ਼ ਦੇ ਲੋਕਾਂ ਦੀਆਂ 1947 ਦੀ ਵੰਡ ਦੇ ਖਿਲਾਫ ਵਿਆਪਕ ਭਾਵਨਾਵਾਂ ਨੂੰ ਸਿੱਖ ਕੌਮ ਦੀ ਆਜ਼ਾਦੀ ਦੀ ਰੀਝ ਤੇ ਮੰਗ ਦੇ ਖਿਲਾਫ ਖੜਾ ਕਰਨ ਦੀ ਨੀਤ ਨਾਲ 2 ਕੌਮਾਂ ਦੇ ਸਿਧਾਂਤ ਨੂੰ ਹੋਰ ਵੱਧ ਜ਼ੋਰ ਨਾਲ ਭੰਡਿਆ ਜਾਣ ਲੱਗਾ ਅਤੇ ਵੱਖਰੀ ਸਿੱਖ ਕੌਮ ਦੀ ਧਾਰਨਾ ਦੀ 2 ਕੌਮਾਂ ਦੇ ਸਿਧਾਂਤ ਨਾਲ ਕੜੀ ਜੋੜ ਕੇ ਦੇਸ਼ ਦੇ ਲੋਕਾਂ ਸਾਹਮਣੇ ਇੱਕ ਹੋਰ ਕੁਲੈਣੀ ਵੰਡ ਦਾ ਹਊਆ ਖੜਾ ਕੀਤਾ ਜਾਣ ਲੱਗਾ। ਉਪਰੋਕਤ ਸਰਗਰਮੀਆਂ ਨੂੰ ਗਿਆਨੀ ਜੈਲ ਸਿੰਘ ਦੀ ਘਾੜਤ ਕਰਾਰ ਦੇਣ ਦੀ ਧਾਰਨਾ ਬੌਧਿਕ ਹਲਕਿਆਂ ਅੰਦਰ ਕਾਫੀ ਮਕਬੂਲ ਹੈ। ਇਹ ਗੱਲ ਵਿਆਪਕ ਪੱਧਰ ਤੇ ਪ੍ਰਚਾਰੀ ਤੇ ਪ੍ਰਵਾਨ ਕੀਤੀ ਗਈ ਹੈ ਕਿ 1977 ਵਿੱਚ ਸੱਤਾ ਤੋਂ ਮਹਿਰੂਮ ਹੋਏ ਗਿਆਨੀ ਨੇ ਅਕਾਲੀ ਆਗੂਆਂ ਲਈ ਰਾਜਸੀ ਪਰੇਸ਼ਾਨੀਆਂ ਖੜੀਆਂ ਕਰਨ ਦੇ ਉਦੇਸ਼ ਨਾਲ ਪੰਜਾਬ ਅੰਦਰ ਗਰਮ ਖਿਆਲੀ ਤੱਤਾਂ ਨੂੰ ਉਤਸ਼ਾਹਿਤ ਕਰਨ ਦੀ ਸੋਹੜੀ ਰਾਜਨੀਤਿਕ ਖੇਡ ਖੇਡਣੀ ਸ਼ੁਰੂ ਕਰ ਦਿੱਤੀ, ਜਿਸ ਦੇ ਸਿੱਟੇ ਵਜੋਂ ਪੰਜਾਬ ਅੰਦਰ ਫਿਰਕੂ ਬਦਅਮਨੀ ਦੇ ਭਾਂਬੜ ਬਲ ਉੱਠੇ। ਇਸ ਤੱਥ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਗਿਆਨੀ ਜੈਲ ਸਿੰਘ ਦੀ ਇਸ ਰਾਜਨੀਤਿਕ ਚਾਲਬਾਜ਼ੀ ਨੇ ਇੱਕ ਪੜਾਅ ਤੱਕ ਯਕੀਨੀ ਤੌਰ ਤੇ ਗਰਮ ਖਿਆਲੀ ਸਿੱਖ ਰਾਜਨੀਤੀ ਦਾ ਤਕੜਾ ਪੱਖ ਪੂਰਿਆ। ਕੁਝ ਗਰਮ ਖਿਆਲੀ ਤੱਤਾਂ ਵੱਲੋਂ ਆਪਣੀਆਂ ਸਰਗਰਮੀਆਂ ਦੇ ਵਧਾਰੇ ਲਈ ਗਿਆਨੀ ਜੈਲ ਸਿੰਘ ਨਾਲ ਆਪਣੇ ਕਰੀਬੀ ਸਬੰਧਾਂ ਦਾ ਲਾਹਾ ਲੈਣ ਦੀ ਹਕੀਕਤ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ, ਪਰ ਇਸ ਦਾ ਇਹ ਅਰਥ ਕਦਾਚਿਤ ਨਹੀਂ ਕਿ ਇਹਨਾਂ ਗਰਮ ਖਿਆਲੀ ਤੱਤਾਂ ਦੀ ਆਪਣੀ ਕੋਈ ਸੁਤੰਤਰ ਸੋਚ ਨਹੀਂ ਸੀ ਅਤੇ ਉਹ ਜੋ ਵੀ ਕਰ ਰਹੇ ਸਨ ਗਿਆਨੀ ਜੈਲ ਸਿੰਘ ਦੇ ਇਸ਼ਾਰਿਆਂ ਉੱਤੇ ਜਾਂ ਉਸ ਦੀ ਸੋਚ ਤੇ ਰਜਾ ਅਨੁਸਾਰ ਹੀ ਕਰ ਰਹੇ ਸਨ। ਇਸ ਤਰ੍ਹਾਂ ਸੋਚਣਾ ਰਾਜਸੀ ਘਟਨਾਵਾਂ ਤੇ ਅਮਲਾਂ ਦੇ ਗੁੰਝਲਦਾਰ ਗਣਿਤ ਵਿਗਿਆਨ ਨੂੰ ਸਰਲ ਅੰਕ ਗਣਿਤ ਦੀ ਪੱਧਰ ਤੇ ਲਿਆ ਸੁੱਟਣਾ ਹੈ। ਇਹ ਗੱਲ ਕਤਈ ਤੌਰ ਤੇ ਨਹੀਂ ਮੰਨੀ ਜਾ ਸਕਦੀ ਕਿ ਗਿਆਨੀ ਜੈਲ ਸਿੰਘ ਨੇ ਜੋ ਅਤੇ ਜਿਵੇਂ ਚਾਹਿਆ ਉਵੇਂ ਹੀ ਹੋ ਗਿਆ।
इस तरह ना कदे होया है ना हो सकता है, क्योंकि अपनी किसी राजनीतिक सोच ਜਾਂ ਲੋੜ तहत किसी सियासी रुझान ਨੂੰ ਉਤਸ਼ਾਹਿਤ भी करना ਤੇ ਨਾਲ ही अपनी ਇੱਛਾ ਮੁਤਾਬਕ ਉਸ ਨੂੰ ਇੱਕ ਸੀਮਾ ਤੋਂ ਅੱਗੇ ਜਾਣ ਤੋਂ ਰੋਕੀ ਰੱਖਣਾ ਕਤਈ ਤੌਰ ਤੇ ਮੁਮਕਿਨ ਨਹੀਂ ਹੁੰਦਾ। ਰਾਜਨੀਤਿਕ ਅਮਲ ਅਕਸਰ ਹੀ ਕਾਬੂ ਤੋਂ ਬਾਹਰੇ ਅਤੇ ਨਤੀਜੇ ਅਕਸਰ ਕਿਆਸੋਂ ਬਾਹਰੇ ਹੋ ਨਿਬੜਦੇ ਹਨ। ਇਸ ਬਾਰੇ ਪ੍ਰੋਫੈਸਰ दीपांकर गुप्ता का यह कथन बिल्कुल सच्चा है कि कोई भी राजसी चाल या साजिश अपने पूर्व निर्धारित वहन की पाबंद नहीं रहिंदी। वजह यह कि किसी कर्म के असर ते सिट्टे जरूरी नहीं कि कल्पियां होइयां सीमावां तक ही सीमित रहन। यह अक्सर किनारियां तो बाहर भी छलक सकते हैं ते अक्सर ही छलक जाया करते हैं, जिस नाल कुछ अजिहे नवें अमल छिड़ पैंदे हन जिन्हां दा पहिलां किसी ने उक्का ही कियास नहीं किया हुंदा। इस करके प्रोफैसर समीर अमीन दे शब्दां विच इतिहास व्यक्तिगत होवे जां समाजिक कदे भी पूर्व कल्पे जां पूर्व निर्धारित कीते अमलों की लड़ी नहीं हुंदा। उपरोक्त दृष्टि तो देखिया चीफ खालसा दीवान की चंडीगढ़ कानफ्रेंस एक अहम मोड़ नुकता साबित हुई। इस पड़ाव ते आके इंदिरा गांधी के मन अंदर गर्म ख्याली सिख तत्तां नूं उत्साहित करन दी रणनीति बारे शंके ते तौखले खड़े होण लग पए सन। चंडीगढ़ कानफ्रेंस तो फौरी बाद उसने गृह वजारत नूं एक लिखती नोट भेज के खालिस्तान की लहर बारे वधेरे चौकसी वरतन लई कहा। अगले महीने फिर उसने गृह वजारत नूं इस बारे मुड़ तो खबरदार किया ते इस रुझान उत्ते समझदारी नाल पर करड़ी निगाह रख के चलण की राय दी। जिथों तक गैर सरकारी हिंदू हलकियां की गल सी, उन्होंने वक्री सिख कौम की धारना उत्ते खुल्लम खुल्ली अते विहुली विचारधारक गोलाबारी शुरू कर दी। हिंदू प्रैस ने देश की एकता ते अखंडता नूं खतरे की दुहाई की सुर होर उच्ची चुक दी अते सिखां की सब तो कमज़ोर रग उत्ते हथ धरदियां होइयां उन्हां दी देश भगती बारे खुले शंके प्रगटाउणे शुरू कर दिते। चंडीगढ़ कन्वेंशन तो बाद ज्ञानी जैल सिंह ने वक्री सिख कौम की धारना खिलाफ चढ़ के बयानबाजी करनी शुरू कर दी अते कांग्रेस मार्का सिख आगुआं ते विद्वानां अंदर इस सिद्धांतक पोजीशन नूं कौम विरोधी गर्दानण की मुकाबला दौड़ शुरू हो गई। चीफ खालसा दीवान वर्गी रूढ़ीवादी संस्था लई अजिहे जोरदार ते तेज धार विचारधारक हमले दे सन्मुख अपनी पोजीशन उत्ते टिकवें पैरीं खड़े रह सकना मुश्किल सी। कुछ ही दिनों बाद दीवान की लीडरशिप ने अपने आप नूं इस पोजीशन नालों अलग कर लिया ते देश की एकता ते अखंडता विच अपना अटुट विश्वास प्रगट करदियां होइयां अपना रवायती विचारधारक पैंतड़ा मल लिया। पर इस दौरान 29 मार्च नूं श्रोमणी गुरुद्वारा प्रबंधक कमेटी की जनरल बॉडी ने वक्री सिख किस्म की पोजीशन के पक्ष विच मता नंबर 67 पास कर दिता। श्रोमणी कमेटी वालों अजिहा सिद्धांतक पैंतड़ा मल लेना वड्डी राजसी अहमियत रखता सी। 1946 तो बाद यह पहला मौका सी जद सिख पंथ की प्रमुख नुमाइंदा धार्मिक संस्था ने सिखां नूं वक्री कौम करार देण दी खुल के पोजीशन लई सी। श्रोमणी कमेटी वालों यह मता प्रवान कर लैण नाल सिख पंथ अंदर इस दे पक्ष विच तकड़ा रौं पैदा हो तुरिया। कुछ ही दिनों बाद 14 अप्रैल नूं जथेदार जगदेव सिंह तलवंडी ने विसाखी दे पुरब ते आनंदपुर साहिब विखे अपने दल दी वक्री संसार सिख कन्वेंशन बुला के वक्री कौम की धारना की प्रौढ़ता कर दी। इस दे नाल ही श्रोमणी अकाली दल के प्रधान संत हरचंद सिंह लौंगोवाल ने भी इस पोजीशन के हक विच हामी भरनी शुरू कर दी। भारत सरकार ने सिख कौम अंदर पसर रहे इस नवे राजसी रौं नूं काफ़ी गंभीरता नाल लिया। इस समय दौरान गृह महकमे द्वारा तैयार किए गए एक नोट मुताबक वक्री सिख कौम की धारना नूं दो अलग अलग दृष्टिकोणों तो पेश किया जा रहा सी। अकाली लीडरशिप अंदरला एक वर्ग इस धारना का सीमित धार्मिक अर्थां विच ही प्रयोग कर रहा सी, अर्थात ਉਹ सिख पंथ की हिंदू धर्म नालों वक्री धार्मिक पछाण उत्ते ही जोर दे रहा सी, जद कि सिख पंथ अंदरले गर्म ख्याली तत्त सिख पंथ नूं आधुनिक राजसी अर्थां विच अर्थात नस्ली सभ्याचारक पक्ष तो वक्री कौम मन के चलते सन ਅਤੇ इस आधार ते सिख कौम की खुद मुख्तियारी का संकल्प ਅਤੇ जज्बा उभारन की राजसी दिशा अख्तियार करके चल रहे सन।
सरदार गंगा सिंह ढिल्लों ਵੱਲੋਂ ਚੰਡੀਗੜ੍ਹ ਕਾਨਫਰੰਸ ਅੰਦਰ ਵੱਖਰੀ ਸਿੱਖ ਕੌਮ ਦੀ ਵਿਆਖਿਆ ਹਿੱਤ ਵਰਤੇ ਸ਼ਬਦ ਇਸ ਮੱਤ ਦੀ ਸ਼ੁੱਧ ਅਰਥਾਂ ਵਿੱਚ ਤਰਜਮਾਨੀ ਕਰਦੇ ਸਨ। ਉਸਨੇ ਕਿਹਾ, ਸਿੱਖਾਂ ਦਾ ਇੱਕ ਸਾਂਝਾ ਵਿਰਸਾ ਹੈ, ਸਿੱਖਾਂ ਦੀ ਇੱਕ ਸਾਂਝੀ ਭਾਸ਼ਾ ਪੰਜਾਬੀ ਹੈ, ਜਿਸ ਦੀ ਕਿ ਆਪਣੀ ਹੀ ਲਿਪੀ ਗੁਰਮੁਖੀ ਹੈ। ਭਾਵੇਂ ਭਾਰਤ ਵਿੱਚ ਕੁਝ ਹਿੰਦੂ ਤੇ ਪਾਕਿਸਤਾਨ ਵਿੱਚ ਕੁਝ ਮੁਸਲਮਾਨ ਵੀ ਪੰਜਾਬੀ ਬੋਲੀ ਦੀ ਵਰਤੋਂ ਕਰਦੇ ਹਨ, ਪਰ ਉਹ ਲਿਖਤ ਲਈ ਗੁਰਮੁਖੀ ਲਿਪੀ ਦੀ ਵਰਤੋਂ ਨਹੀਂ ਕਰਦੇ। ਸਿੱਖਾਂ ਦਾ ਜੀਵਨ ਅਮਲ ਦੂਸਰਿਆਂ ਨਾਲੋਂ ਮੂਲੋਂ ਹੀ ਭਿੰਨ ਹੈ। ਉਹਨਾਂ ਦੇ ਧਾਰਮਿਕ ਗ੍ਰੰਥ, ਰਸਮਾਂ, ਬੰਦੇਜ, ਸੰਸਕਾਰ, ਦਿੱਖ ਤੇ ਪਹਿਰਾਵਾ ਦੁਨੀਆ ਤੋਂ ਬਿਲਕੁਲ ਅਨੋਖਾ ਹੈ। ਜਿਵੇਂ ਕਿ ਆਮ ਜਾਣਿਆ ਤੇ ਗਲਤੀ ਨਾਲ ਸਮਝ ਲਿਆ ਜਾਂਦਾ ਹੈ, ਸਿੱਖ ਇੱਕ ਫਿਰਕਾ ਨਹੀਂ ਹਨ। ਇੰਨੇ ਲੰਮੇ ਸਮੇਂ ਤੋਂ ਅਜਿਹੇ ਗਲਤ ਸੰਕਲਪ ਇਸ ਕਦਰ ਸਥਾਪਿਤ ਹੋ ਚੁੱਕੇ ਹਨ ਕਿ ਕਈ ਵੇਰਾ ਤਾਂ ਇਹਨਾਂ ਨੂੰ ਤਿਆਗਣਾ ਅਸੰਭਵ ਜਾਪਣ ਲੱਗ ਪੈਂਦਾ ਹੈ। ਫਿਰ ਵੀ ਆਓ ਅੱਜ ਇਸ ਜਗ੍ਹਾ ਤੇ ਇਸ ਮੌਕੇ ਆਪਣਿਆਂ ਅਤੇ ਵਿਰੋਧੀਆਂ ਤੱਕ ਇਹ ਸੰਦੇਸ਼ ਪਹੁੰਚਾਈਏ ਕਿ ਸ਼ਬਦ ਦੇ ਹਕੀਕੀ ਅਰਥਾਂ ਵਿੱਚ ਸਿੱਖ ਇੱਕ ਕੌਮ ਹਨ। UNO ਦੀ ਸਹਿਯੋਗੀ ਮੈਂਬਰਸ਼ਿਪ ਲੈਣ ਦੀ ਲੋੜ ਤੇ ਮਹੱਤਤਾ ਉਜਾਗਰ ਕਰਦਿਆਂ ਹੋਇਆਂ ਉਸਨੇ ਕਿਹਾ, ਸਿੱਖ ਸਿਰਫ ਭਾਰਤ ਵਿੱਚ ਹੀ ਨਹੀਂ, ਸੰਸਾਰ ਦੇ ਸਾਰੇ ਭਾਗਾਂ ਵਿੱਚ ਵਸੇ ਹੋਏ ਹਨ, ਜਿੱਥੇ ਉਹਨਾਂ ਦੀਆਂ ਆਪਣੀਆਂ ਵਿਸ਼ੇਸ਼ ਸਮੱਸਿਆਵਾਂ ਹਨ, ਜਿਨ੍ਹਾਂ ਦਾ ਸਿੱਧਾ ਸੰਬੰਧ ਉਹਨਾਂ ਦੇ ਧਾਰਮਿਕ ਵਿਸ਼ਵਾਸਾਂ, ਸੱਭਿਆਚਾਰ, ਭਾਸ਼ਾ ਤੇ ਸੱਭਿਆਚਾਰਕ ਪਰੰਪਰਾ ਨਾਲ ਜੁੜਿਆ ਹੋਇਆ ਹੈ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਇੱਕ ਦਹਾਕਾ ਪਹਿਲਾਂ ਸਾਡੇ ਨਾਲ ਯੁਗਾਂਡਾ ਅੰਦਰ ਕੀ ਗੁਜ਼ਰੀ। ਉਸ ਵੇਲੇ ਭਾਰਤ ਦੀ ਸਰਕਾਰ ਨੇ ਆਪਣੀ ਬੇਵਸੀ ਪ੍ਰਗਟਾ ਦਿੱਤੀ। ਇਸੇ ਤਰ੍ਹਾਂ ਸਾਨੂੰ ਬਰਤਾਨੀਆ ਅੰਦਰ ਟੋਪ ਪਹਿਨਣ ਦੀ ਸਮੱਸਿਆ ਨਾਲ ਉਲਝਣਾ ਪਿਆ ਅਤੇ ਵੈਨਕੂਵਰ ਤੇ ਟੋਰਾਂਟੋ ਵਿੱਚ ਕੁਝ ਧਾਰਮਿਕ ਸਮੱਸਿਆਵਾਂ ਖੜੀਆਂ ਹੋਈਆਂ। ਇਹਨਾਂ ਸਿਰ ਖੜੇ ਮਸਲਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ UNO ਹੀ ਇੱਕ ਅਜਿਹਾ ਮੰਚ ਹੈ ਜਿੱਥੇ ਸਿੱਖ ਸਹਿਯੋਗੀ ਮੈਂਬਰ ਦੇ ਰੂਪ ਵਿੱਚ ਦਰਜ ਹੋ ਕੇ ਇੱਕ ਕੌਮ ਦੀ ਤਰ੍ਹਾਂ ਆਪਣੀਆਂ ਵਿਸ਼ੇਸ਼ ਸ਼ਿਕਾਇਤਾਂ ਦਾ ਨਿਵਾਰਨ ਕਰਵਾ ਸਕਦੇ ਹਨ। ਫਿਰ ਅਸੀਂ UNO ਦੇ ਅਤੇ ਸੰਸਾਰ ਸੰਸਥਾ ਦੇ ਦਰਵਾਜ਼ੇ ਤੇ ਦਸਤਕ ਦੇ ਸਕਾਂਗੇ ਅਤੇ ਉਹਨਾਂ ਨੂੰ ਸਾਡੀਆਂ ਸੰਸਾਰ ਵਿਆਪੀ ਸਮੱਸਿਆਵਾਂ ਵੱਲ ਕੰਨ ਕਰਨਾ ਪਵੇਗਾ ਤੇ ਇਹਨਾਂ ਦੇ ਹੱਲ ਲਈ ਕਾਰਵਾਈ ਕਰਨੀ ਪਵੇਗੀ। ਭਾਰਤੀ ਹਾਕਮ ਵੱਖਰੀ ਸਿੱਖ ਕੌਮ ਦੀ ਧਾਰਨਾ ਦੇ ਪਿੱਛੇ ਕੰਮ ਕਰਦੀ ਇਸ ਸਮਝ ਅਤੇ ਭਾਵਨਾ ਨੂੰ ਵੱਧ ਗੰਭੀਰਤਾ ਨਾਲ ਲੈ ਰਹੇ ਸਨ। ਸਿਰਫ ਧਾਰਮਿਕ ਦ੍ਰਿਸ਼ਟੀ ਤੋਂ ਸਿੱਖਾਂ ਨੂੰ ਸੀਮਿਤ ਜਿਹੇ ਅਰਥਾਂ ਵਿੱਚ ਵੱਖਰੀ ਕੌਮ ਕਹਿਣ ਅਰਥਾਤ ਕੌਮ ਦੇ ਲਫ਼ਜ਼ ਦੀ ਕਮਿਊਨਿਟੀ ਦੇ ਅਰਥਾਂ ਵਿੱਚ ਵਰਤੋਂ ਕਰਨ ਤੇ ਉਹਨਾਂ ਨੂੰ ਉਨਾ ਵੱਡਾ ਇਤਰਾਜ਼ ਨਹੀਂ ਸੀ। ਸਿੱਖ ਕੌਮ ਅੰਦਰਲੇ ਉਹ ਤੱਤ ਜੋ ਭਾਰਤੀ ਪ੍ਰਬੰਧ ਨਾਲ ਗੂੜੀ ਤਰ੍ਹਾਂ ਇੱਕਮਿਕ ਹੋ ਚੁੱਕੇ ਹਨ, ਆਪਣੇ ਵਿਸ਼ੇਸ਼ ਵਰਗ ਹਿੱਤਾਂ ਤੇ ਵਿਚਾਰਧਾਰਕ ਸੋਚਣੀ ਦੀ ਵਜ੍ਹਾ ਕਰਕੇ ਸਿੱਖ ਪੰਥ ਨੂੰ ਇੱਕ ਧਾਰਮਿਕ ਫਿਰਕੇ ਜਾਂ ਭਾਈਚਾਰੇ ਦੇ ਰੂਪ ਵਿੱਚ ਹੀ ਵੱਖਰੀ ਕੌਮ ਕਹਿਣ ਜਾਂ ਮੰਨਣ ਦੀ ਸਮਝ ਰੱਖਦੇ ਹਨ। ਇਸ ਸੋਚ ਦਾ ਅਕਾਲੀ ਲੀਡਰਸ਼ਿਪ ਦੀਆਂ ਸਫਾਂ ਉੱਤੇ ਵੀ ਤਕੜਾ ਪ੍ਰਭਾਵ ਹੈ। ਇਸ ਕਰਕੇ ਅਕਾਲੀ ਲੀਡਰਸ਼ਿਪ ਇਸ ਮਸਲੇ ਤੇ ਅਕਸਰ ਥੜਕਣ ਤੇ ਡਾਵਾਡੋਲਤਾ ਦਿਖਾ ਰਹੀ ਸੀ। ਜਿੱਥੇ ਅਕਾਲੀ ਲੀਡਰਸ਼ਿਪ ਅੰਦਰਲੇ ਟਕਸਾਲੀ ਜਥੇਦਾਰ ਵਰਗ ਵੱਲੋਂ ਵੱਖਰੀ ਸਿੱਖ ਕੌਮ ਦੀ ਧਾਰਨਾ ਦੇ ਧਾਰਮਿਕ ਪਹਿਲੂ ਦੇ ਨਾਲ ਹੀ ਰਾਜਸੀ ਪੱਖ ਉੱਤੇ ਵੀ ਬਰਾਬਰ ਬਲ ਦਿੱਤਾ ਜਾ ਰਿਹਾ ਸੀ, ਉੱਥੇ ਸਿੱਖ ਸਮਾਜ ਅੰਦਰਲੇ ਪਤਵੰਤੇ ਵਰਗਾਂ ਦੇ ਹਿੱਤਾਂ ਤੇ ਵਿਚਾਰਾਂ ਦੀ ਤਰਜਮਾਨੀ ਕਰਨ ਵਾਲਾ ਅਕਾਲੀ ਆਗੂ ਵਰਗ ਇਸ ਦੇ ਧਾਰਮਿਕ ਪੱਖ ਉੱਤੇ ਹੀ ਜ਼ੋਰ ਦੇਣ ਦੀ ਦਿਸ਼ਾ ਅਪਣਾ ਕੇ ਚੱਲ ਰਿਹਾ ਸੀ। ਸੰਤ ਹਰਚੰਦ ਸਿੰਘ ਲੌਂਗੋਵਾਲ ਆਪਣੇ ਰਾਜਨੀਤਿਕ ਵਿਹਾਰ ਤੇ ਵਿਚਾਰਾਂ ਅੰਦਰ ਇਸ ਵਰਗ ਦਾ ਤਕੜਾ ਪ੍ਰਭਾਵ ਤੇ ਦਬਾਅ ਕਬੂਲਣ ਦਾ ਝੁਕਾਅ ਰੱਖਦੇ ਸਨ। ਇਸ ਕਰਕੇ ਇਸ ਮਸਲੇ ਸੰਬੰਧੀ ਉਹਨਾਂ ਦੇ ਬਿਆਨਾਂ 'ਚੋਂ ਉਹਨਾਂ ਦੀ ਥਿੜਕਣ ਤੇ ਸ਼ੰਸ਼ੋਪੰਜ ਅਕਸਰ ਪ੍ਰਗਟ ਹੁੰਦੀ ਰਹਿੰਦੀ ਸੀ। ਇਸ ਦੀ ਤੁਲਨਾ ਵਿੱਚ ਜਥੇਦਾਰ ਗੁਰਚਰਨ ਸਿੰਘ ਟੌੜਾ ਆਪਣੇ ਆਪ ਨੂੰ ਅਕਾਲੀ ਦਲ ਅੰਦਰਲੀਆਂ ਟਕਸਾਲੀ ਸਫਾ ਦੀਆਂ ਭਾਵਨਾਵਾਂ ਦੇ ਵੱਧ ਨੇੜੇ ਰੱਖ ਰਹੇ ਸਨ ਅਤੇ ਆਪਣੇ ਕਥਨਾਂ ਬਿਆਨਾਂ ਅੰਦਰ ਸਿੱਖ ਕੌਮ ਦੀ ਰਾਜਸੀ ਖੁਦਮੁਖਤਿਆਰੀ ਉੱਤੇ ਲਗਾਤਾਰ ਬਲ ਦੇ ਰਹੇ ਸਨ। ਇਹ ਸਿਧਾਂਤਕ ਵਖਰੇਵਾਂ ਹੋਰਨਾਂ ਪੱਖਾਂ ਸੰਗ ਰਲ ਕੇ ਅਕਾਲੀ ਰਾਜਨੀਤੀ ਉੱਤੇ ਅਖੀਰ ਤੱਕ ਆਪਣਾ ਅਸਰ ਛੱਡਦਾ ਰਿਹਾ। ਕੁਝ ਸਾਲਾਂ ਬਾਅਦ ਚੀਫ ਖਾਲਸਾ ਦੀਵਾਨ ਦੀ ਇੱਕ ਮੋਹਰੀ ਹਸਤੀ ਸਰਦਾਰ ਹਰਬੰਸ ਸਿੰਘ, ਸਾਬਕਾ ਪ੍ਰੋਫੈਸਰ, ਖਾਲਸਾ ਕਾਲਜ ਅੰਮ੍ਰਿਤਸਰ ਨੇ ਚੰਡੀਗੜ੍ਹ ਕਾਨਫਰੰਸ ਦੇ ਸਬੰਧ ਵਿੱਚ ਸਰਦਾਰ ਗੰਗਾ ਸਿੰਘ ਢਿੱਲੋਂ ਦੇ ਰੋਲ ਤੇ ਵਿਚਾਰਧਾਰਾ ਦੀ ਪੜਚੋਲ ਕਰਦਿਆਂ ਅਤੇ ਆਪਣੇ ਪੱਖ ਦੀ ਸਫਾਈ ਦਿੰਦਿਆਂ ਹੋਇਆਂ ਇਸ ਕਾਂਡ ਬਾਰੇ ਜੋ ਇੰਕਸ਼ਾਫ ਕੀਤੇ
ਉਸ ਚੋਂ ਸਿੱਖ ਪੰਥ ਦੇ ਅੱਡ-ਅੱਡ ਵਰਗਾਂ ਤੇ ਅਕਾਲੀ ਲੀਡਰਸ਼ਿਪ ਦੀਆਂ ਸਫਾ ਅੰਦਰ ਵਗ ਰਹੀਆਂ ਅੱਡ-ਅੱਡ ਵਿਚਾਰਧਾਰਕ ਧਾਰਾਵਾਂ ਦੀ ਵਧੇਰੇ ਸਪਸ਼ਟ ਤਸਵੀਰ ਉਗੜ ਆਉਂਦੀ ਹੈ। ਸਰਦਾਰ ਹਰਬੰਸ ਸਿੰਘ ਨੇ ਲਿਖਿਆ ਕਿ ਸਰਦਾਰ ਗੰਗਾ ਸਿੰਘ ਢਿੱਲੋਂ ਨੇ ਕਾਨਫਰੰਸ ਵਿੱਚ ਬਿਨਾਂ ਕਿਸੇ ਕਲਪੇ ਪ੍ਰੋਗਰਾਮ ਤੇ ਬਿਨਾਂ ਕਿਸੇ ਮਰਿਆਦਾ ਪੂਰਵਕ ਪ੍ਰਧਾਨਗੀ ਦੇ ਭਾਸ਼ਣ ਦੇ ਕੇ ਸਿੱਖਾਂ ਲਈ ਇੱਕ ਵੱਖਰੀ ਕੌਮ ਤੇ UNO ਵਿੱਚ ਐਸੋਸੀਏਟ ਮੈਂਬਰੀ ਦਾ ਵਿਵਾਦ ਛੇੜ ਦਿੱਤਾ। ਸਰਦਾਰ ਢਿੱਲੋਂ ਦੁਆਰਾ ਚੀਫ ਖਾਲਸਾ ਦੀਵਾਨ ਦੇ ਮੰਚ ਦੀ ਇਸ ਤਰ੍ਹਾਂ ਅਯੋਗ ਵਰਤੋਂ ਦਾ ਦੀਵਾਨ ਦੇ ਮੈਂਬਰਾਂ ਨੇ ਬਹੁਤ ਬੁਰਾ ਮਨਾਇਆ। ਉਹਨਾਂ ਨੇ ਮਹਿਸੂਸ ਕੀਤਾ ਕਿ ਨਿਰੋਲ ਵਿਦਿਅਕ ਕਾਨਫਰੰਸ ਦੇ ਮੰਚ ਦੀ ਅਯੋਗ ਵਰਤੋਂ ਅਤੇ ਨਿਯਮਾਂ ਦੀ ਉਲੰਘਣਾ ਹੀ ਨਹੀਂ ਹੋਈ, ਸਗੋਂ ਉਹਨਾਂ ਉਦੇਸ਼ਾਂ ਜੋ ਪੰਥ ਦੇ ਸਮੂਹਕ ਹਿੱਤ ਵਿੱਚ ਚੀਫ ਖਾਲਸਾ ਦੀਵਾਨ ਦੇ ਮੋਢੀਆਂ ਨੇ ਤੈਅ ਕੀਤੇ ਸਨ ਨੂੰ ਛੱਡ ਕੇ ਇੱਕ ਖਤਰਨਾਕ ਰਾਹ ਅਪਣਾਇਆ ਗਿਆ ਹੈ। ਦੀਵਾਨ ਦੇ ਅੱਧੀ ਸਦੀ ਤੋਂ ਚਲੇ ਆ ਰਹੇ ਮੁੱਢਲੇ ਮੈਂਬਰਾਂ ਨੇ ਅਸਤੀਫੇ ਦੇ ਦਿੱਤੇ। ਇਸ ਦੇ ਫਲਸਰੂਪ ਚੀਫ ਖਾਲਸਾ ਦੀਵਾਨ ਦੇ ਹਾਈ ਕਮਾਂਡ ਨੇ ਦੀਵਾਨ ਦੀ ਐਗਜ਼ੈਕਟਿਵ ਤੇ ਐਜੂਕੇਸ਼ਨਲ ਕਮੇਟੀ ਦੀ 16 ਅਪ੍ਰੈਲ 1981 ਨੂੰ ਇੱਕ ਵਿਸ਼ੇਸ਼ ਸਾਂਝੀ ਮੀਟਿੰਗ ਬੁਲਾਈ ਅਤੇ ਸਬੰਧਤ ਮਤੇ ਨੂੰ ਬਿਨਾਂ ਕਿਸੇ ਕਿੰਤੂ ਪ੍ਰੰਤੂ ਦੇ ਸਰਬਸੰਮਤੀ ਨਾਲ ਵਾਪਸ ਲੈ ਕੇ ਗੰਗਾ ਸਿੰਘ ਢਿੱਲੋਂ ਦੀ ਵਿਚਾਰਧਾਰਾ ਨਾਲੋਂ ਨਾਤਾ ਤੋੜਨ ਦਾ ਹੇਠ ਲਿਖੇ ਸ਼ਬਦਾਂ ਵਿੱਚ ਐਲਾਨ ਕੀਤਾ। ਚੀਫ ਖਾਲਸਾ ਦੀਵਾਨ ਆਪਣੀ ਸਥਾਪਨਾ ਦੇ ਆਰੰਭ ਤੋਂ ਵਿਦਿਆ, ਸਿੱਖ ਵਿਚਾਰਧਾਰਾ ਅਤੇ ਸਿੱਖੀ ਰਹਿਤ ਦੇ ਵਧਾਰੇ ਲਈ ਕੰਮ ਕਰਦਾ ਆਇਆ ਹੈ। ਭਾਵੇਂ ਸਿੱਖ ਆਪਣੀ ਇੱਕ ਵੱਖਰੀ ਹੋਂਦ, ਜੀਵਨ ਸ਼ੈਲੀ ਤੇ ਇਤਿਹਾਸਕ ਪਰੰਪਰਾ ਰੱਖਦੇ ਹਨ, ਫਿਰ ਵੀ ਉਹ ਆਪਣੇ ਆਪ ਨੂੰ ਭਾਰਤ ਦੇ ਅਮੀਰ ਵਿਰਸੇ ਦਾ ਇੱਕ ਅਨਿੱਖੜਵਾਂ ਅੰਗ ਸਮਝਦੇ ਹਨ। ਸਿੱਖ ਐਜੂਕੇਸ਼ਨਲ ਕਾਨਫਰੰਸ ਵੱਲੋਂ ਪ੍ਰਵਾਨ ਕੀਤੇ ਮਤਿਆਂ ਨੂੰ ਵਿਚਾਰਨ ਤੇ ਲਾਗੂ ਕਰਨ ਦਾ ਅਧਿਕਾਰ ਚੀਫ ਖਾਲਸਾ ਦੀਵਾਨ ਪਾਸ ਹੈ। 54ਵੀਂ ਸਰਬ ਹਿੰਦ ਐਜੂਕੇਸ਼ਨਲ ਕਾਨਫਰੰਸ ਜੋ 14-15 ਮਾਰਚ 1981 ਨੂੰ ਚੰਡੀਗੜ੍ਹ ਵਿਖੇ ਹੋਈ ਨੇ ਇੱਕ ਅਜਿਹਾ ਮਤਾ ਪ੍ਰਵਾਨ ਕਰ ਮਾਰਿਆ ਹੈ ਜਿਸ ਵਿੱਚ ਸਿੱਖਾਂ ਲਈ UNO ਵਿਖੇ ਸਹਿਯੋਗੀ ਮੈਂਬਰਸ਼ਿਪ ਦੀ ਮੰਗ ਕੀਤੀ ਗਈ ਹੈ। ਪੂਰੀ ਸੋਚ ਵਿਚਾਰ ਉਪਰੰਤ ਇਹ ਫੈਸਲਾ ਕੀਤਾ ਜਾਂਦਾ ਹੈ ਕਿ ਚੀਫ ਖਾਲਸਾ ਦੀਵਾਨ ਦਾ ਇਸ ਮਤੇ ਨਾਲ ਕੋਈ ਲਾਗਾ ਦੇਗਾ ਨਹੀਂ। ਸਿੱਖ ਭਾਰਤ ਦਾ ਇੱਕ ਅਨਿੱਖੜਵਾਂ ਅੰਗ ਹਨ ਤੇ ਰਹਿਣਗੇ। ਸਰਦਾਰ ਹਰਬੰਸ ਸਿੰਘ ਨੇ ਅੱਗੇ ਹੋਰ ਲਿਖਿਆ, ਸਰਦਾਰ ਢਿੱਲੋਂ ਨੇ ਸਿੱਖ ਵਿਦਿਅਕ ਕਾਨਫਰੰਸ ਦੇ ਮੰਚ ਨੂੰ ਖਾਲਸਾ ਪੰਥ ਵਿਰੁੱਧ ਵਰਤ ਕੇ ਸਿੱਖਾਂ ਦੇ ਹਿੱਤਾਂ ਦੀ ਕੋਈ ਗੱਲ ਨਹੀਂ ਕੀਤੀ। ਹਾਂ, ਨੁਕਸਾਨ ਪੁੱਜ ਕੇ ਕੀਤਾ ਹੈ। ਇੱਕ ਪਾਸੇ ਚੀਫ ਖਾਲਸਾ ਦੀਵਾਨ ਵਿੱਚ ਪਹਿਲੀ ਵਾਰ ਜ਼ਬਰਦਸਤ ਫੁੱਟ ਪੈ ਗਈ ਤੇ ਦੂਜਾ ਦੇਸ਼ ਦੀ ਕੌਮੀ ਧਾਰਾ ਨਾਲ ਚੱਲ ਰਹੇ ਸਿੱਖਾਂ ਲਈ ਇੱਕ ਨਵਾਂ ਬੇਪਰਤੀਤੀ ਦਾ ਵਾਤਾਵਰਣ ਪੈਦਾ ਕਰ ਦਿੱਤਾ ਗਿਆ। ਸਿੱਖ ਵਿਰੋਧੀ ਪ੍ਰੈਸ ਜੋ ਹਰ ਮੌਕੇ ਤੇ ਸਿੱਖਾਂ ਨੂੰ ਬਦਨਾਮ ਕਰਨ ਦਾ ਯਤਨ ਕਰਦਾ ਹੈ, ਉਸ ਨੂੰ ਸਿੱਖਾਂ ਉੱਤੇ ਹਮਲੇ ਕਰਨ ਤੇ ਸਿੱਖਾਂ ਦੀ ਦੇਸ਼ ਭਗਤੀ ਤੇ ਵਫਾਦਾਰੀ ਨੂੰ ਦਾਗੀ ਕਰਨ ਦਾ ਮੌਕਾ ਮਿਲ ਗਿਆ। ਬਾਅਦ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਨਰਲ ਬਾਡੀ ਨੇ ਇੱਕ ਮਤਾ ਪਾਸ ਕਰ ਦਿੱਤਾ ਕਿ ਸਿੱਖ ਇੱਕ ਵੱਖਰੀ ਕੌਮ ਹਨ। ਇਹ ਇੱਕ ਅਜਿਹੀ ਖਤਰਨਾਕ ਚਰਚਾ ਛੇੜ ਲਈ ਗਈ ਜਿਸ ਨਾਲ ਦੇਸ਼ ਦੀ ਗੈਰ ਸਿੱਖ ਤੇ ਕੌਮੀ ਪ੍ਰੈਸ ਨੇ ਮੁੜ ਇਸ ਸਵਾਲ ਤੇ ਸਿੱਖਾਂ ਵਿਰੁੱਧ ਲਿਖਣਾ ਤੇ ਉਛਾਲਣਾ ਸ਼ੁਰੂ ਕਰ ਦਿੱਤਾ। ਰਾਜਸੀ ਖੇਤਰ ਅੰਦਰ ਵਾਪਰੀ ਇਸ ਤਬਦੀਲੀ ਨੂੰ ਦੇਖਦਿਆਂ ਹੋਇਆਂ ਸਰਦਾਰ ਬਾਦਲ ਦੇ ਧੜੇ ਨੇ ਜਦ ਇਹ ਮਹਿਸੂਸ ਕੀਤਾ ਕਿ ਉਹਨਾਂ ਨੂੰ ਭਵਿੱਖ ਵਿੱਚ ਸਰਕਾਰ ਬਣਾਉਣ ਲਈ ਗੈਰ ਸਿੱਖਾਂ ਯਾਨੀ ਕਿ ਹਿੰਦੂਆਂ ਦਾ ਸਹਿਯੋਗ ਨਹੀਂ ਮਿਲ ਸਕੇਗਾ, ਤਾਂ ਉਹਨਾਂ ਅੱਤਵਾਦੀ ਨਾਅਰਿਆਂ ਨਾਲ ਚੱਲਣ ਤੋਂ ਸੰਕੋਚ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਯਤਨ ਕੀਤਾ ਕਿ ਸਿੱਖ ਵੱਖਰੀ ਕੌਮ ਦਾ ਜੋ ਰਾਜਸੀ ਮਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਾਸ ਕੀਤਾ ਸੀ, ਉਹ ਵਾਪਸ ਲਿਆ ਜਾਵੇ, ਪਰ ਉਹ ਇਸ ਵਿੱਚ ਕਾਮਯਾਬ ਨਾ ਹੋ ਸਕੇ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਪ ਤੇ ਉਹਨਾਂ ਦੇ ਧੜੇ ਦੇ ਕਈ ਹੋਰ ਸਾਥੀਆਂ ਨੇ ਜਲਸਿਆਂ ਵਿੱਚ ਐਲਾਨ ਕੀਤਾ ਕਿ ਉਹ ਕੇਵਲ ਸੂਬਿਆਂ ਲਈ ਵੱਧ ਅਧਿਕਾਰਾਂ ਦੇ ਪੱਖ ਵਿੱਚ ਹਨ। ਸੰਤ ਲੌਂਗੋਵਾਲ ਨੇ ਵੀ ਬਿਆਨ ਦੇ ਦਿੱਤਾ ਕਿ ਅਸੀਂ ਸਿੱਖ ਪੰਥ ਨੂੰ ਧਾਰਮਿਕ ਤੌਰ ਤੇ ਇੱਕ ਵੱਖਰੀ ਕੌਮ ਸਮਝਦੇ ਹਾਂ, ਪਰ ਸਾਡੀ ਕੌਮੀਅਤ ਹਿੰਦੁਸਤਾਨੀ ਹੈ। ਇੱਥੇ ਇਹ ਲੰਮਾ ਹਵਾਲਾ ਦੇਣ ਦਾ ਮੰਤਵ ਇੱਕ ਤਾਂ ਪਤਵੰਤੇ ਸਿੱਖ ਵਰਗ ਦੀ ਵਿਚਾਰਧਾਰਕ ਸੋਚਣੀ ਦੀ ਵਧੇਰੇ ਪ੍ਰਮਾਣਿਕ ਤੇ ਨਿਖਰਵੀਂ ਤਸਵੀਰ ਪੇਸ਼ ਕਰਨਾ ਹੈ। ਦੂਜਾ ਇਹ ਦਿਖਾਉਣਾ ਹੈ ਕਿ ਇਸ ਸੋਚ ਦੀਆਂ ਜੜ੍ਹਾਂ ਕਿੰਨੀਆਂ ਡੂੰਘੀਆਂ ਹਨ ਅਤੇ ਇਸ ਦਾ ਸਿੱਖ ਪੰਥ ਤੇ ਅਕਾਲੀ ਲੀਡਰਸ਼ਿਪ ਦੀਆਂ ਸਫਾਂ ਉੱਤੇ ਕਿੰਨਾ ਵਿਆਪਕ ਤੇ ਗੂੜਾ ਪ੍ਰਭਾਵ ਹੈ। ਇਸ ਸਾਰੇ ਪ੍ਰਸੰਗ ਵਿੱਚੋਂ ਕਈ ਅਹਿਮ ਨਿਰਣੇ ਨਿਕਲਦੇ ਹਨ। ਇੱਕ ਤਾਂ ਇਹ ਕਿ ਕੋਈ ਕੌਮ ਕਿੰਨੀ ਵੀ ਇਕਜੁੱਟ ਤੇ ਗਠਵੀਂ ਕਿਉਂ ਨਾ ਹੋਵੇ, ਉਸ ਨੂੰ ਦਰਪੇਸ਼ ਮੁਸ਼ਕਲਾਂ ਤੇ ਚੁਣੌਤੀਆਂ ਬਾਰੇ ਉਸਦੇ ਸਾਰੇ ਵਰਗਾਂ ਦੀ ਸਮਝ ਇੱਕਸਾਰ ਨਹੀਂ ਹੋਇਆ ਕਰਦੀ।
ਇੱਕੋ ਹੀ ਕੌਮ ਦੇ ਅਲੱਗ-ਅਲੱਗ ਵਰਗਾਂ ਦੀ ਸਮਝ ਬਹੁਤ ਹੀ ਅਲੱਗ-ਅਲੱਗ ਹੁੰਦੀ ਹੈ ਅਤੇ ਇਸ ਉੱਤੇ ਸੰਬੰਧਿਤ ਵਰਗ ਦੇ ਸਮਾਜੀ ਆਰਥਿਕ ਰੁਤਬੇ ਤੇ ਹਿੱਤਾਂ ਦੀ ਗੂੜੀ ਮੋਹਰ ਛਾਪ ਲੱਗੀ ਹੁੰਦੀ ਹੈ। ਦੂਜਾ, ਆਮ ਤੌਰ ਤੇ ਅਧੀਨ ਕੌਮ ਦੇ ਪਤਵੰਤੇ ਹਿੱਸਿਆਂ ਅੰਦਰ ਹੁਕਮਰਾਨ ਵਰਗ ਨਾਲ ਬਣਾ ਕੇ ਰੱਖਣ ਅਤੇ ਉਸ ਦੇ ਨਾਲ ਰਲ ਕੇ ਚੱਲਣ ਦੀ ਰੁਚੀ ਬਹੁਤ ਪ੍ਰਬਲ ਹੁੰਦੀ ਹੈ। ਉਹ ਆਮ ਹਾਲਤਾਂ ਅੰਦਰ ਹਾਕਮ ਵਰਗ ਨਾਲੋਂ ਦੂਰ ਹੋਣ ਲਈ ਰਜਾ ਨਹੀਂ ਹੁੰਦੇ। ਸਿਰਫ ਅਸਧਾਰਨ ਹਾਲਤਾਂ ਵਿੱਚ ਹੀ ਜਦ ਹਾਕਮ ਵਰਗ ਮਹਿਕੂਮ ਕੌਮ ਪ੍ਰਤੀ ਵਧੇਰੇ ਅਖੜ ਤੇ ਵੈਸ਼ੀ ਵਤੀਰਾ ਧਾਰਨ ਕਰ ਲੈਂਦਾ ਹੈ ਤਾਂ ਪਤਵੰਤੇ ਵਰਗ ਦੇ ਕੁਝ ਹਿੱਸਿਆਂ ਅੰਦਰ ਵੀ ਰੋਸ ਤੇ ਬੇਗਾਨਗੀ ਦੇ ਭਾਵ ਪੈਦਾ ਹੋਣ ਲੱਗਦੇ ਹਨ ਅਤੇ ਉਹਨਾਂ ਅੰਦਰ ਆਪਣੀ ਕੌਮ ਦੇ ਸੰਘਰਸ਼ ਦੀ ਹਮਾਇਤ ਕਰਨ ਦਾ ਝੁਕਾਅ ਪੈਦਾ ਹੁੰਦਾ ਹੈ। ਪਰ ਆਮ ਤੌਰ ਤੇ ਉਦੋਂ ਵੀ ਉਹ ਸਮਝੌਤੇ ਲਈ ਲਗਾਤਾਰ ਯਤਨਸ਼ੀਲ ਰਹਿੰਦੇ ਹਨ। ਉਹਨਾਂ ਦੀ ਇਹ ਰੁਚੀ ਰਾਜਨੀਤੀ ਦੇ ਖੇਤਰ ਅੰਦਰ ਆਪਣਾ ਲਗਾਤਾਰ ਪ੍ਰਭਾਵ ਛੱਡਦੀ ਰਹਿੰਦੀ ਹੈ। ਚੀਫ ਖਾਲਸਾ ਦੀਵਾਨ ਆਪਣੀ ਸਥਾਪਨਾ ਦੇ ਸਮੇਂ ਤੋਂ ਹੀ ਮੂਲ ਰੂਪ ਵਿੱਚ ਪਤਵੰਤੇ ਸਿੱਖ ਵਰਗ ਦੀ ਸੋਚ ਤੇ ਭਾਵਨਾਵਾਂ ਦੀ ਤਰਜਮਾਨੀ ਕਰਦਾ ਆ ਰਿਹਾ ਹੈ। ਇਸ ਕਰਕੇ ਵੱਖਰੀ ਸਿੱਖ ਕੌਮ ਦੀ ਧਾਰਨਾ ਪ੍ਰਤੀ ਇਸ ਦੇ ਉਪਰੋਕਤ ਵਤੀਰੇ ਨੂੰ ਸਮਝਣਾ ਕੋਈ ਔਖਾ ਨਹੀਂ। ਇਸੇ ਹੀ ਸਮੇਂ ਦੌਰਾਨ ਜਦ ਇੱਕ ਪਾਸੇ ਸਿੱਖ ਕੌਮ ਅੰਦਰ ਗਰਮ ਖਿਆਲੀ ਵਿਚਾਰਧਾਰਾ ਤੇਜ਼ੀ ਨਾਲ ਤਾਕਤ ਗ੍ਰਹਿਣ ਕਰ ਰਹੀ ਸੀ ਤਾਂ ਨਾਲ ਹੀ ਅਕਾਲੀ ਲੀਡਰਸ਼ਿਪ ਉੱਤੇ ਵੀ ਤਿੱਖੀ ਰਾਜਨੀਤਿਕ ਸਰਗਰਮੀ ਲਈ ਭਾਰੀ ਦਬਾਅ ਪੈ ਰਿਹਾ ਸੀ। ਅਸਲ ਵਿੱਚ ਜਿਹੜੇ ਕਾਰਨ ਗਰਮ ਖਿਆਲੀ ਧਾਰਾ ਨੂੰ ਬਲ ਪ੍ਰਦਾਨ ਕਰ ਰਹੇ ਸਨ, ਉਹ ਨਾਲ ਹੀ ਨਰਮ ਖਿਆਲੀ ਲੀਡਰਸ਼ਿਪ ਨੂੰ ਵੀ ਰਾਜਨੀਤਿਕ ਸਰਗਰਮੀ ਲਈ ਬਰਾਬਰ ਪ੍ਰੇਰਿਤ ਕਰ ਰਹੇ ਸਨ। ਇਹ ਗੱਲ ਅਲੱਗ ਹੈ ਕਿ ਅਕਾਲੀ ਲੀਡਰਸ਼ਿਪ ਦੁਆਰਾ ਵਿੱਢੀ ਰਾਜਨੀਤਿਕ ਸਰਗਰਮੀ ਗਰਮ ਖਿਆਲੀ ਧਾਰਾ ਨੂੰ ਡੱਕਾ ਲਾਉਣ ਦੀ ਥਾਵੇਂ ਉਲਟਾ ਉਸ ਨੂੰ ਹੋਰ ਮਜ਼ਬੂਤੀ ਬਖਸ਼ਣ ਦਾ ਸਬੱਬ ਬਣ ਰਹੀ ਸੀ। ਪਰ ਅਕਾਲੀ ਲੀਡਰਸ਼ਿਪ ਅੱਗੇ ਇਸ ਤੋਂ ਬਿਨਾਂ ਹੋਰ ਕੋਈ ਚਾਰਾ ਵੀ ਨਹੀਂ ਸੀ। ਰਾਜਨੀਤਿਕ ਸਰਗਰਮੀ ਤੋਂ ਬਿਨਾਂ ਉਸ ਦਾ ਗੁਜ਼ਾਰਾ ਨਹੀਂ ਸੀ। ਜੇਕਰ ਉਸ ਦੁਆਰਾ ਗਰਮਾਏ ਰਾਜਸੀ ਮੈਦਾਨ ਦਾ ਵੱਧ ਲਾਭ ਗਰਮ ਖਿਆਲੀ ਧਾਰਾ ਨੂੰ ਮਿਲ ਰਿਹਾ ਸੀ ਤਾਂ ਇਸ ਵਿੱਚ ਅਕਾਲੀ ਲੀਡਰਸ਼ਿਪ ਦਾ ਕੋਈ ਦੋਸ਼ ਨਹੀਂ ਸੀ। ਇਹ ਉਸ ਦੀ ਨਰਮ ਖਿਆਲੀ ਰਾਜਸੀ ਵਿਚਾਰਧਾਰਾ ਦੀ ਸੀਮਾਵਾਂ ਸਨ ਜੋ ਉਸ ਨੂੰ ਨਾ ਚਾਹੁੰਦੇ ਹੋਏ ਵੀ ਗਰਮ ਖਿਆਲੀ ਧਾਰਾ ਦੀ ਸਹਾਈ ਭੂਮਿਕਾ ਨਿਭਾਉਣ ਵੱਲ ਧੱਕ ਰਹੀਆਂ ਸਨ। ਸੋ ਅੱਜ ਅਸੀਂ ਇਹ ਭਾਗ ਪੰਨਾ ਨੰਬਰ 352 ਤੱਕ ਹੀ ਪੜ੍ਹਾਂਗੇ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।